ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਪੰਜਾਬ ਦੀ ਕਣਕ ਦੇ ਆਲੇ ਦੁਆਲੇ ਰਹਿਣਾ। ਜਦੋਂ ਕਣਕ ਹਰੀ ਤੋਂ ਸੁਨਹਿਰੀ ਹੁੰਦੀ ਹੈ, ਕਣਕ ਦਾ ਜਿਹੜਾ ਸਿੱਟਾ ਹੈ ਉਹਦੇ ਵਿੱਚ ਦਾਣੇ ਸਾਨੂੰ ਲੱਗਣ ਲੱਗ ਪੈਂਦਾ ਕਿ ਐਸੇ ਹੋ ਗਿਆ ਕਿ ਹੁਣ ਘਰ ਦੇ ਡਰਮ 'ਚ ਵੀ ਪਾਏ ਜਾ ਸਕਦੇ ਆ, ਮੰਡੀ 'ਚ ਵੀ ਅੱਪੜ ਸਕਦੇ ਆ, ਕਣਕ ਵਿਕੂਗੀ, 4 ਪੈਸੇ ਆਉਣਗੇ ਤੇ ਉਹਦੇ ਤੋਂ ਬਾਅਦ ਆਪਾਂ ਅਗਲੀ ਫਸਲ ਦੀ ਤਿਆਰੀ ਕਰਨੀ ਹੈ। ਨਿੱਕੇ ਨਿਆਣਿਆਂ ਨੇ ਕੁਲਫੀਆਂ ਵੀ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਹੀ ਖਾਣੀਆਂ ਹੁੰਦੀਆਂ। ਪਰ ਐਤਕੀ ਤੋਂ ਪਿਛਲੇ ਕਈ ਸਾਲਾਂ ਦੇ ਵਿੱਚ ਲਗਾਤਾਰ ਕਣਕ ਦਾ ਝਾੜ, ਕਣਕ ਦੀ ਵਿਕਰੀ, ਮੰਡੀਆਂ ਦੇ ਪ੍ਰਬੰਧ, ਕਣਕ ਵਿਦੇਸ਼ਾਂ ਨੂੰ ਭੇਜਣੀ ਹੈ ਕਿ ਮੰਗਵਾਉਣੀ ਹੈ, ਕਣਕ ਦੇ ਵਿੱਚ ਇੱਕ ਮੋਇਸਚਰ ਹੁੰਦਾ, ਨਮੀ ਦੀ ਮਾਤਰਾ ਦਾ ਰੌਲਾ, ਕੇਂਦਰੀ ਏਜੰਸੀਆਂ ਕਣਕ ਚੱਕਦੀਆਂ ਕਿ ਨਹੀਂ ਚੱਕਦੀਆਂ, ਕਣਕ ਫਿਰ ਪੰਜਾਬ ਦੇ ਵਿੱਚੋਂ ਮੰਡੀਆਂ 'ਚੋਂ ਲਿਫਟਿੰਗ ਹੋ ਕੇ ਗੋਡਾਊਨ ਤੱਕ ਜਾਂਦੀ ਹੈ, ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਝੋਨਾ ਆਉਣ ਵਾਲਾ ਹੋ ਜਾਂਦਾ, ਦੂਸਰੇ ਸੂਬਿਆਂ ਤੱਕ ਅੱਪੜਦੀ ਹੈ ਕਿ ਨਹੀਂ ਅੱਪੜਦੀ, ਬਹੁਤ ਸਾਰੇ ਰੌਲੇ ਰਹਿੰਦੇ ਆ। ਐਤਕੀ ਤਾਂ ਪਤਾ ਨਹੀਂ ਕਣਕ ਦੇ ਦਾਣੇ ਸੁੰਗੜ ਗਏ, ਉਹਨਾਂ ਦਾ ਰੌਲਾ ਪੈਂਦਾ ਰਿਹਾ। ਹੁਣ ਨਾ ਤਾਂ ਕਿਸਾਨ ਕਣਕ ਗਿੱਲੀ ਕਰਦਾ, ਨਾ ਕਣਕ ਦੇ ਦਾਣੇ ਨੂੰ ਛੋਟਾ ਤੇ ਵੱਡਾ ਕਰਦਾ, ਪਰ ਰੌਲੇ ਹੁੰਦੇ ਆ। ਪੰਜਾਬ ਖੇਤੀਬਾੜੀ ਦੇ ਉੱਤੇ ਨਿਰਭਰ ਕਰਦਾ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਨਾ ਮੇਰੇ ਕੋਲ ਹੋਣੇ ਆ ਤੇ ਨਾ ਤੁਹਾਡੇ ਕੋਲ, ਪਰ ਉੱਥੇ ਖੇਤੀਬਾੜੀ ਦੇ ਜਿਹੜੇ ਮਾਹਿਰ ਨੇ, ਜਿਨ੍ਹਾਂ ਨੇ ਸਾਰੀ ਉਮਰ ਇਸੇ ਕੰਮ ਦੇ ਵਿੱਚ ਕੱਢੀ ਹੈ, ਪੜ੍ਹਾਈ ਲਿਖਾਈ 'ਚ ਮੁੜ ਕੇ ਕੰਮ ਕਰਦੇ ਆ, ਰਿਸਰਚ ਤੇ ਖੋਜ ਕਰਦੇ ਆ, ਉਹ ਫਿਰ ਸਾਨੂੰ ਬਹੁਤ ਕੁਝ ਦੱਸ ਸਕਦੇ ਹੁੰਦੇ ਆ ਕਿ ਅਤੀਤ, ਵਰਤਮਾਨ ਤੇ ਭਵਿੱਖ ਪੰਜਾਬ ਦੀ ਖੇਤੀਬਾੜੀ ਦਾ ਇਹ ਸਾਰਾ ਕੁਝ ਕਿਹੋ ਜਿਹਾ ਰਿਹਾ। ਡਾਕਟਰ ਪਾਲ ਸਿੰਘ ਸਿੱਧੂ ਹੋਰੀ ਸਾਡੇ ਨਾਲ ਨੇ। ਸ਼ਖਸੀਅਤ ਦੇ ਬਾਰੇ ਚਾਨਣਾ ਮੈਂ ਬਾਅਦ ਵਿੱਚ ਪਾਉਣਾ। ਸਭ ਤੋਂ ਪਹਿਲਾਂ ਉਹਨਾਂ ਨੂੰ ਨਾਲ ਜੋੜਦੇ ਹਾਂ ਤੇ ਕਣਕ ਦੇ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ। ਡਾਕਟਰ ਪਾਲ ਸਿੰਘ ਸਿੱਧੂ ਜੀ, ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ ਜੀ। ਸਤਿ ਸ਼੍ਰੀ ਅਕਾਲ ਬਾਠ ਸਾਹਿਬ ਤੇ ਤੁਹਾਡੇ ਪ੍ਰਾਈਮ ਏਸ਼ੀਆ ਦੇ ਮਾਧਿਅਮ ਰਾਹੀਂ ਸਾਰੀ ਦੁਨੀਆ ਵਿੱਚ ਜਿਹੜੇ ਪੰਜਾਬੀ ਇਹ ਪ੍ਰੋਗਰਾਮ ਦੇਖ ਰਿਹਾ ਮੇਰੇ ਵੱਲੋਂ ਉਹਨਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਦੇਣੀ ਚਾਹੁੰਦਾ ਹੈ ਆਪਣੇ ਦਰਸ਼ਕਾਂ ਨੂੰ, ਪਰਿਵਾਰ ਦੇ ਮੈਂਬਰਾਂ ਨੂੰ, ਕਿ 1950 ਦੇ ਵਿੱਚ ਡਾਕਟਰ ਪਾਲ ਸਿੰਘ ਸਿੱਧੂ ਹੋਰਾਂ ਦਾ ਜਨਮ ਹੋਇਆ। ਪੱਤੋ ਹੀਰਾ ਸਿੰਘ ਪਿੰਡ, ਉਹਦੇ ਤੋਂ ਬਾਅਦ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹੇ, ਉਹਦੇ ਤੋਂ ਬਾਅਦ BSc ਐਗਰੀਕਲਚਰ, MSc ਐਗਰੀਕਲਚਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤੀ, ਗੋਲਡ ਮੈਡਲਿਸਟ। ਫਿਰ ਇੱਕ ਇਮਤਿਹਾਨ ਹੁੰਦਾ ਜਿਹਨੂੰ ਆਪਾਂ UGC ਨੈਟ ਕਹਿੰਦੇ ਆ, ਤੇ ਉਹਦੇ ਵਿੱਚ ਇੱਕ ਹੁੰਦਾ JRF ਜੂਨੀਅਰ ਰਿਸਰਚ ਫੈਲੋਸ਼ਿਪ, ਜਾਣੀ ਕਿ UGC ਪਾਸ ਕਰਦੇ ਆ ਜਿਹੜੇ ਉੱਪਰਲੇ ਥੋੜ੍ਹੀ ਜਿਹੀ ਕਰੀਮ ਹੁੰਦੀ ਹੈ, ਉਹਨਾਂ ਦੇ ਵਿੱਚੋਂ ਵੀ ਮੋਹਰੀ ਰਹੇ ਡਾਕਟਰ ਪਾਲ ਸਿੰਘ ਸਿੱਧੂ ਹੋਰੀ। ਫਿਰ ਵੈਸਟਰਨ ਆਸਟ੍ਰੇਲੀਆ ਪਰਥ ਵਾਲੀ ਯੂਨੀਵਰਸਿਟੀ ਤੋਂ PhD ਕੀਤੀ 1978 ਦੇ ਵਿੱਚ, ਜਦੋਂ ਭਾਰਤ ਦੇ ਵਿੱਚ ਐਮਰਜੈਂਸੀ ਲੱਗ ਕੇ ਹਟ ਗਈ ਸੀ ਤਾਂ ਫਿਰ ਸਾਂਝੇ ਮੋਰਚੇ ਵਾਲਿਆਂ ਦੀ ਸਰਕਾਰ ਬਣੀ ਸੀ। ਫਿਰ 1978 ਤੋਂ ਲੈ ਕੇ 2001 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ, ਇਹਦੇ ਤੋਂ ਇਲਾਵਾ ਡੀਨ ਸਟੂਡੈਂਟ ਵੈਲਫੇਅਰ, ਕਈ ਅਹੁਦਿਆਂ ਦੇ ਉੱਤੇ ਕੰਮ ਕੀਤਾ ਖੇਤੀਬਾੜੀ ਦੇ ਲਈ। ਮਿੱਟੀ, ਖਣਿਜ ਪਦਾਰਥ, ਮਿੱਟੀ 'ਚ ਕੀ ਕੁਝ ਹੋਣਾ ਚਾਹੀਦਾ ਕੀ ਨਹੀਂ, ਉਹ ਸਾਰੀਆਂ ਚੀਜ਼ਾਂ। ਤੇ 2001 ਤੋਂ ਬਾਅਦ ਫਿਰ ਵਰਲਡ ਬੈਂਕ ਦੇ ਵਿੱਚ ਇਸੇ ਤਰ੍ਹਾਂ ਦੀਆਂ ਆਪਣੀਆਂ ਮਾਹਿਰ ਸੇਵਾਵਾਂ ਦਿੱਤੀਆਂ। ਫਿਰ 2011-12 ਤੋਂ ਲੈ ਕੇ 2018 ਤੱਕ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਫੂਡ ਤੇ ਐਗਰੀਕਲਚਰ ਦਾ ਪ੍ਰੋਗਰਾਮ ਆਰਗੇਨਾਈਜੇਸ਼ਨ ਜਿਹੜੀ ਹੈ ਉਹਦੇ ਵਿੱਚ ਲਗਾਤਾਰ ਕੰਮ ਕੀਤਾ। ਤੇ ਜਦੋਂ ਏਡੀ ਵੱਡੀ ਪੱਧਰ ਦੇ ਉੱਤੇ ਕੰਮ ਕੀਤਾ ਹੋਵੇ, ਦਰਜਨਾਂ ਦੇਸ਼ਾਂ ਦੇ ਵਿੱਚ ਇਸੇ ਪ੍ਰੋਜੈਕਟ ਦੇ ਨਾਲ ਸੰਬੰਧਿਤ ਉਹਨਾਂ ਨੇ ਆਪਣੀਆਂ ਫੇਰੀਆਂ ਪਾਈਆਂ ਹੋਣ, ਪ੍ਰੋਜੈਕਟਾਂ ਦੇ ਵਿੱਚ ਹਿੱਸਾ ਲਿਆ ਹੋਵੇ, 100 ਤੋਂ ਵੱਧ ਰਿਸਰਚ ਪੇਪਰ ਛਪੇ ਹੋਏ ਹੋਣ, ਪੰਜਾਬ ਦੇ ਪਿੰਡ, ਪੰਜਾਬ ਦੀ ਜ਼ਮੀਨ, ਪੰਜਾਬ ਦੀ ਖੇਤੀਬਾੜੀ, ਪੰਜਾਬ ਦੀ ਵੱਟ, ਕਣਕ, ਝੋਨਾ, ਗੰਨਾ, ਮੱਕੀ, ਸਾਰੀਆਂ ਚੀਜ਼ਾਂ ਨੂੰ ਜਾਣਦੇ ਪਛਾਣਦੇ ਜਦੋਂ ਇੱਦਾਂ ਦੇ ਸ਼ਖਸ ਪੰਜਾਬ ਦੇ ਨਾਲ, ਜਾਣਦੇ ਬੁੱਝਦੇ ਸ਼ਖਸ ਨਾਲ ਜੁੜਦੇ ਆ ਤਾਂ ਬਹੁਤ ਸਾਰੀਆਂ ਬਰੀਕੀਆਂ ਦਾ ਪਤਾ ਲੱਗ ਜੂਗਾ। ਡਾਕਟਰ ਸਾਹਿਬ, ਅਵਾਰਡ ਰਹਿ ਗਏ, ਬਹੁਤ ਸਾਰੀਆਂ ਚੀਜ਼ਾਂ ਰਹਿ ਗਈਆਂ, ਮੈਂ ਥੋੜ੍ਹਾ ਦੱਸ ਸਕਿਆ, ਤੁਸੀਂ ਬਹੁਤੀਆਂ ਮੱਲਾਂ ਮਾਰੀਆਂ ਨੇ ਆਪਣੇ ਜੀਵਨ ਦੇ ਵਿੱਚ, ਪਰ ਮੈਂ ਉਧਰਲੇ ਪਾਸੇ ਆਉਣ ਤੋਂ ਪਹਿਲਾਂ ਇਹ ਜ਼ਰੂਰ ਪੁੱਛਣਾ ਚਾਹੂੰਗਾ ਕਿ ਸਿਹਤ ਕਿੱਦਾਂ, ਕੈਂਸਰ ਦੇ ਨਾਲ ਜਦੋਜਹਿਦ ਕਿੱਦਾਂ ਦੀ ਚੱਲਦੀ ਹੈ ਜੀ, ਉਹ ਦੱਸਿਓ। ਜਦੋਜਹਿਦ ਬਹੁਤ ਚੱਲ ਰਹੀ, 7 ਸਾਲ ਹੋ ਗਏ ਜੀ। ਪਰਮਾਤਮਾ ਦੀ ਕਿਰਪਾ ਹੈ। ਇਹ ਬਿਮਾਰੀ ਇਹੋ ਜਿਹੀ ਹੈ, ਕਦੇ ਅਪਸ ਆ ਜਾਂਦੀਆਂ, ਕਦੇ ਡਾਊਨਸ ਆ ਜਾਂਦੀਆਂ। ਤੇ ਪਹਿਲਾਂ ਤੇ ਇਹ ਵੀ ਆਵੇ ਲੱਕੀ ਵੀ ਟਾਈਮ ਸਿਰ ਪਤਾ ਲੱਗ ਗਿਆ, ਉਹ ਮੈਨੂੰ ਪ੍ਰੋਬਲਮ ਕੋਈ ਨਹੀਂ ਸੀ। ਤੇ ਮੈਂ ਹਰ ਸਾਲ ਐਨੂਅਲ ਹੈਲਥ ਚੈੱਕਅਪ ਕਰਾਉਣਾ, ਉਹਦੇ 'ਚ ਪਤਾ ਲੱਗਿਆ ਵੀ ਕਿਡਨੀ ਕੈਂਸਰ ਹੈ। ਮੇਰਾ ਤੀਜਾ ਹਿੱਸਾ ਕਿਡਨੀ ਰਿਮੂਵ ਕਰਤਾ ਤੇ ਆਈ ਵਾਜ਼ ਹੈਪੀ। ਟੈਸਟ ਟੁਸਟ ਕਰਾਉਣੇ, ਸਭ ਕੁਝ ਠੀਕ ਰਿਹਾ। ਤੇ ਬਾਅਦ ਦੇ ਵਿੱਚ ਮੈਂ ਅਮਰੀਕਾ ਗਿਆ ਹੋਇਆ ਸੀ, ਮੇਰੇ ਬੈਕ ਤੇ ਦਰਦ ਹੋਣ ਲੱਗ ਗਈ, ਪਿੱਠ 'ਚ। ਤੇ ਉੱਥੇ ਉਹ ਡਾਕਟਰ ਨੂੰ ਦਿਖਾਇਆ ਤਾਂ ਉਹ ਕਹਿੰਦੇ ਵੀ ਕੋਈ ਮਸਲ ਪੇਨ ਹੋਣੀ ਹੈ। ਜਦੋਂ ਨਾ ਗਈ ਤਾਂ ਇੱਕ ਰਸ਼ਟ ਬੈਕ ਟੂ ਦਿੱਲੀ, ਉਦੋਂ ਪਤਾ ਲੱਗਿਆ ਵੀ ਕਿਡਨੀ ਠੀਕ ਹੈ, ਕੈਂਸਰ ਮੇਰੀਆਂ ਹੱਡੀਆਂ 'ਚ ਫੈਲ ਗਿਆ ਬਹੁਤ ਬੁਰੀ ਤਰ੍ਹਾਂ।
ਜੀ। ਤੇ ਹੁਣ ਪਿਛਲੇ 4 ਸਾਲ ਦੀ ਪਹਿਲਾਂ ਕੀਮੋਥੈਰੇਪੀ ਹੋਈ, ਸਰਜਰੀਜ਼ ਹੋਈਆਂ, ਹੁਣ ਆਮ ਔਨ ਇਮਿਊਨੋਥੈਰੇਪੀ। ਤੇ ਪਰਮਾਤਮਾ ਦੀ ਕਿਰਪਾ ਨਾਲ, ਬਾਕੀ ਤੁਹਾਡੇ ਵਰਗੇ ਭਰਾਵਾਂ ਦੀਆਂ ਇਛਾਵਾਂ ਦੇ ਨਾਲ ਬਿਲਕੁਲ ਕਾਇਮ ਹੈ। ਅੱਜ 8:30 ਵਜੇ ਟੈਸਟ ਹੋਣਾ ਹੈ। ਹੁਣ ਤੋਂ ਜੀ ਤਕਰੀਬਨ 4 ਘੰਟੇ ਬਾਅਦ ਪੈਟ ਸਕੈਨ, ਉਹ 'ਚ ਪਤਾ ਲੱਗੂ ਪਿਛਲੇ 4 ਮਹੀਨਿਆਂ 'ਚ ਕੈਂਸਰ ਜਿੱਤਿਆ ਕਿ ਮੈਂ ਜਿੱਤਿਆ ਤੇ ਮੇਰੇ ਡਾਕਟਰ ਜਿੱਤੇ ਹੈਗੇ। ਜੀ ਡਾਕਟਰ ਸਾਹਿਬ, ਇੱਕ ਗੱਲ ਜ਼ਰੂਰ ਦੱਸਿਓ, ਬਹੁਤ ਸਾਰੇ ਲੋਕ ਸਮੱਸਿਆਵਾਂ ਦੇ ਵਿੱਚ ਹੁੰਦੇ ਆ, ਕੋਈ ਨਾ ਕੋਈ ਬਿਮਾਰੀ ਹੁੰਦੀ ਹੈ, ਪਰਿਵਾਰਕ ਸਮੱਸਿਆਵਾਂ ਹੁੰਦੀਆਂ, ਪ੍ਰੋਫੈਸ਼ਨ ਦੀਆਂ ਸਮੱਸਿਆਵਾਂ ਹੁੰਦੀਆਂ, ਅਸੀਂ ਕਈ ਵਾਰੀ ਨਿਰਾਸ਼ ਹੋ ਜਾਂਦੇ ਹਾਂ। 72 ਸਾਲ ਦੀ ਤੁਹਾਡੀ ਉਮਰ ਹੈ, ਏਡੀਆਂ ਉਪਲਬਧੀਆਂ ਰਹੀਆਂ, ਕੈਂਸਰ ਦੇ ਨਾਲ ਜੰਗ ਚੱਲਦੀ ਆ, ਚੜ੍ਹਦੀ ਕਲਾ 'ਚ ਰਹਿਣ ਦਾ ਢੰਗ ਤਰੀਕਾ, ਫਾਰਮੂਲਾ ਕੀ ਹੁੰਦਾ ਜੀ, ਨਿਰਾਸ਼ ਹੋ ਕੇ ਨਾ ਬੈਠੀਏ ਕਿਸੇ ਵੀ ਕਿਤੇ 'ਚ? ਦਿਲ ਨਾ ਛੱਡੀਏ, ਮਤਲਬ ਹਮੇਸ਼ਾ ਇੱਕ ਆਪਣੇ ਆਪ ਨੂੰ ਬਿਜ਼ੀ ਰੱਖੀਏ ਵੀ ਠੀਕ ਹੈ, ਜ਼ਿੰਦਗੀ 'ਚ ਉਤਰਾਅ ਚੜ੍ਹਾਵਾਂ ਦੇ ਰਹਿੰਦੇ। ਸੋ ਮੈਂ ਇਨਫੈਕਟ ਮੈਂ ਪਹਿਲਾਂ ਬਹੁਤਾ ਬਲੌਗਸ ਵਗੈਰਾ ਨਹੀਂ ਸੀ ਲਿਖਦਾ, ਹੁਣ 2 ਸਾਲ ਤੋਂ ਮੈਂ ਬਹੁਤ ਲਿਖਣਾ ਸ਼ੁਰੂ ਕਰ ਦਿੱਤੇ। ਉਹਦੇ ਨਾਲ ਇਹ ਹੋਇਆ ਵੀ ਮੈਂ ਜਿਹੜੀ ਲੇਟੈਸਟ ਮੈਨੂੰ ਕੋਈ ਮੇਰੀ ਆਪਦੀ ਜਿੰਨੀ ਬੁੱਧੀ ਦੇ ਅਨੁਸਾਰ ਕੋਈ ਗਿਆਨ ਹੈਗਾ, ਮੈਂ ਉਹਦੇ ਬਾਰੇ ਲਿਖਦਾ ਰਹਿੰਦਾ। ਤੇ ਆਈ ਥਿੰਕ ਉਹ ਦੈਟ ਲੈਸਨ ਮਾਈ ਮਿਜ਼ਰੀ, ਉਹ ਜਿਹੜਾ ਉਹਦੇ ਨਾਲ ਮੈਨੂੰ ਬਹੁਤ ਸਪੋਰਟ ਮਿਲਦੀ ਹੈ। ਬਾਕੀ ਪਰਿਵਾਰ ਦੀ ਬਹੁਤ ਸਪੋਰਟ ਹੈਗੀ, ਡਾਕਟਰਾਂ ਦੀ ਬਹੁਤ ਸਪੋਰਟ ਹੈਗੀ। ਆਈ ਥਿੰਕ ਸਾਨੂੰ ਦਿਲ ਨਹੀਂ ਢੇਰੀ ਨਹੀਂ ਢਾਉਣੀ ਚਾਹੀਦੀ ਜੀ, ਕਾਇਮ ਰਹਿਣਾ ਚਾਹੀਦਾ। ਬਿਲਕੁਲ ਠੀਕ ਹੈ ਜੀ ਡਾਕਟਰ ਸਾਹਿਬ, ਇਹ ਤਾਂ ਮੰਤਰ ਹੀ ਹੈ ਜੀ, ਜਿਸ ਮੰਤਰ ਨੂੰ ਪੱਲੇ ਬੰਨ੍ਹ ਕੇ ਰੱਖਣਾ ਚਾਹੀਦਾ। ਹੁਣ ਡਾਕਟਰ ਸਿੱਧੂ ਸਾਹਿਬ, ਕਣਕ ਵਾਲੇ ਪਾਸੇ ਨੂੰ ਆਈਏ। ਐਤਕੀ ਬੜੀ ਚਰਚਾ ਚੱਲੀ, ਕਣਕ ਦੇ ਦਾਣੇ ਕਮਜ਼ੋਰ ਹੋ ਗਏ, ਫਿਰ ਕਣਕ ਬਾਹਰਲੇ ਦੇਸ਼ਾਂ ਨੂੰ ਭੇਜੀ ਜਾ ਸਕਦੀ ਹੈ ਜੀ, ਰੂਸ ਯੂਕਰੇਨ ਦੀ ਲੜਾਈ ਲੱਗੀ ਹੈ। ਹੁਣ ਇਹਦੇ ਬਾਬਤ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਕੀ ਪੰਜਾਬ ਦੇ ਕਿਸਾਨ ਦੀ ਕਣਕ ਐਕਸਪੋਰਟ ਹੋ ਸਕਦੀ ਹੈ, ਉਹ ਬਾਹਰ ਭੇਜੀ ਜਾ ਸਕਦੀ ਆ, 4 ਪੈਸੇ ਵੱਧ ਵੱਟੇ ਜਾ ਸਕਦੇ ਆ, ਇੱਦਾਂ ਦੇ ਉਪਰਾਲਿਆਂ ਦੀ ਪੰਜਾਬ 'ਚੋਂ ਸੰਭਾਵਨਾ ਹੈ ਕਿ ਨਹੀਂ ਹੈ ਜੀ? ਇਸ ਤਰ੍ਹਾਂ ਜੀ, ਜਿਹੜੀ ਕਣਕ ਹੋਈ ਹੈਗੀ ਆਪਣੀ ਥੋੜ੍ਹੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿ ਦਾਣੇ ਛੋਟੇ ਰਹਿ ਗਏ, ਪਿਚਕਦੇ ਰਹਿ ਗਏ, ਉਹ ਤਕਰੀਬਨ ਜੇ ਇਸ ਸਾਲ ਦੇਖੋ ਨਾ, ਕਣਕ ਦੀ ਫਸਲ ਤੇ ਥੋੜ੍ਹਾ ਜਿਹਾ ਔਖਾ ਸਾਲ ਸੀ। ਪਹਿਲਾਂ ਤਾਂ ਇਹ ਹੋਇਆ ਵੀ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੋਈ ਵੀ ਜਿਹੜੀ ਮਾਰਚ ਦੇ ਮਹੀਨੇ ਦੇ ਵਿੱਚ ਇੱਕਦਮ ਟੈਂਪਰੇਚਰ ਵੱਧ ਗਿਆ। ਜਦੋਂ ਟੈਂਪਰੇਚਰ ਵੱਧ ਜਾਂਦਾ, ਉਹ ਇਹ ਹੁੰਦਾ ਵੀ ਜਿਹੜਾ ਦਾਣੇ ਦਾ ਸਾਈਜ਼ ਵੀ ਛੋਟਾ ਰਹਿ ਜਾਂਦਾ, ਉਹਦਾ ਭਾਰ ਵੀ ਘੱਟ ਰਹਿ ਜਾਂਦਾ, ਤੇ ਉਹ ਪਿਚਕ ਜੇ ਜਾਂਦਾ ਹੈਗਾ। ਤੇ ਬਾਕੀ ਜਿਹੜੀ ਓਵਰਆਲ ਕੁਆਲਿਟੀ ਦੇ ਉਹਦਾ ਬਾਹਲਾ ਫਰਕ ਨਹੀਂ ਪੈਂਦਾ, ਜਿਹੜੀ ਨਿਊਟ੍ਰੀਸ਼ਨਲ ਵੈਲਿਊ ਹੁੰਦੀ ਹੈ। ਪਰ ਉਹਦੇ ਨਾਲ ਝਾੜ ਤੇ ਬਹੁਤ ਝਾੜ ਘੱਟ ਹੁੰਦਾ। ਤਕਰੀਬਨ ਜਿਹੜੀਆਂ ਹੁਣ ਤੱਕ ਰਿਪੋਰਟ ਆ ਰਹੀਆਂ ਹੈਗੀਆਂ, 10 ਤੋਂ 15% ਝਾੜ ਘੱਟ ਹੈ। ਇੱਕ ਤਾਂ ਇਹ ਵੱਡਾ ਕਾਰਨ ਸੀ। ਦੂਜਾ, ਇਸ ਤੋਂ ਇੱਕ ਕਾਰਨ ਹੋਰ ਸੀ ਜਿਹੜਾ ਕਿ ਪ੍ਰੈਸ 'ਚ ਇੰਨਾ ਨਹੀਂ ਆ ਰਿਹਾ। ਸਾਡੇ ਜਨਵਰੀ ਦੇ ਵਿੱਚ ਨਾ, ਜਨਵਰੀ ਤੇ ਫਰਵਰੀ ਦੇ ਸ਼ੁਰੂ ਦੇ ਵਿੱਚ ਤਕਰੀਬਨ 33 ਦਿਨ ਸੂਰਜ ਨਹੀਂ ਨਿਕਲਿਆ। ਠੀਕ ਹੈ ਜੀ। ਅੱਗੇ ਵੀ ਧੁੰਦ ਪੈਂਦੀ ਹੈ, ਪਰ ਇਸ ਸਾਲ ਮੀਂਹ ਵੀ ਪੈ ਗਿਆ ਨਾਲ। ਉਹ ਮੀਂਹ ਪੈਣ ਦੇ ਨਾਲ ਇਹ ਹੋਇਆ ਵੀ ਜਿਹੜੀ ਡਾਕਰ ਜ਼ਮੀਨਾਂ ਹੈਗੀਆਂ ਨਾ, ਉਹਨਾਂ ਡਾਕਰ ਜ਼ਮੀਨਾਂ ਦੇ ਵਿੱਚ ਪਾਣੀ ਖੜ ਗਿਆ, ਸੈਟਬੈਕ ਲੱਗਿਆ। ਜਿੰਨਾ ਕਿ ਮੇਰਾ ਮੀਡੀਆ ਮਤਲਬ ਧਿਆਨ ਰੱਖੀ ਦਾ ਟਰੈਕ ਵੀ ਕੀ ਫਾਰਮਰ ਨੂੰ ਐਡਵਾਈਸ ਦਿੱਤੀ ਜਾ ਰਹੀ ਹੈ, ਕੀ ਕਰੋ ਨਹੀਂ ਕਰੋ, ਆਈ ਥਿੰਕ ਉੱਥੇ ਥੋੜ੍ਹੀ ਬਹੁਤ ਨੈਗਲੀਜੈਂਸ ਹੋਈ ਹੈ ਐਗਰੀਕਲਚਰ ਡਿਪਾਰਟਮੈਂਟ ਤੋਂ ਵੀ ਤੇ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ। ਤੇ ਉਹ ਜੇ ਉਸ ਵੇਲੇ ਉਹ ਕੀਤਾ ਜਾ ਸਕੇ। ਨੰਬਰ 2 ਤੇ ਜਦੋਂ ਧੁੱਪ ਪੈਂਦੀ ਹੈ ਬਹੁਤ, ਮਾਰਚ ਦੇ ਵਿੱਚ ਟੈਂਪਰੇਚਰ ਵੱਧ ਜਾਂਦਾ, ਉਦੋਂ ਹੁੰਦਾ ਵੀ ਤੁਸੀਂ ਕਣਕ ਨੂੰ ਪਾਣੀ ਲਾ ਦਿਓ। ਉਹ ਇੱਕ ਨਾ ਬੜਾ ਟ੍ਰਿਕੀ ਜਿਹਾ ਸੋਲੂਸ਼ਨ ਹੈ। ਕਣਕ ਦੀ ਫਸਲ ਹੁੰਦੀ ਹੈ, ਭਾਰੀ ਹੁੰਦੀ, ਜ਼ਿਮੀਂਦਾਰ ਉਦੋਂ ਪਾਣੀ ਲਾਉਂਦਾ ਹੈ। ਜੇ ਨਹੀਂ ਲਾਉਂਦਾ ਤਾਂ ਵੀ ਕਣਕ ਜਾਊਗੀ, ਵੀ ਸੁੱਕ ਰਿਹਾ, ਦਾਣੇ ਛੋਟੇ ਹੋ ਜਾਣਗੇ। ਜੇ ਲਾਉਂਦਾ ਤਾਂ ਕਈ ਵਾਰੀ ਜੇ ਥੋੜ੍ਹੀ ਜਿਹੀ ਵੀ ਹਵਾ ਵਗ ਜਾਏ ਤਾਂ ਕਣਕ ਡਿੱਗ ਪੈਂਦੀ ਹੈ। ਉਹਦੇ ਨਾਲ ਫਿਰ ਤੁਹਾਨੂੰ ਕਣਕ ਵੱਢਣ ਦੀਆਂ ਸਮੱਸਿਆਵਾਂ, ਪ੍ਰੋਬਲਮ। ਸੋ ਇਹ ਪ੍ਰੋਬਲਮ ਸੀ। ਤੇ ਤੀਜੀ ਪ੍ਰੋਬਲਮ ਥੋੜ੍ਹੀ ਜਿਹੀ ਆਈ ਸੀ ਬੀਜਣ ਵੇਲੇ ਵੀ, ਕਿਉਂਕਿ ਡਾਈਮੋਨੀਅਮ ਫਾਸਫੇਟ ਫਰਟੀਲਾਈਜ਼ਰ ਦੀ ਸ਼ਾਰਟੇਜ ਸੀ ਥੋੜ੍ਹੀ ਜਿਹੀ, ਉਸ ਕਰਕੇ ਸਾਡੀ ਜਿਹੜੀ ਬਿਜਾਈ ਸੀ ਉਹ ਵੀ ਲੇਟ ਹੋ ਗਈ। ਸੋ ਕੁੱਲ ਮਿਲਾ ਕੇ ਕੀ ਹੋਇਆ ਵੀ ਕਣਕ ਦਾ ਜਿਹੜਾ ਝਾੜ ਆ ਉਹ ਤਕਰੀਬਨ 10-15% ਘੱਟ ਗਿਆ ਹੈਗਾ। ਇਸ ਜਿੱਥੋਂ ਤੱਕ ਐਕਸਪੋਰਟ ਕਰਨ ਦਾ ਹੈ, ਉਹਦੇ ਵਿੱਚ ਇਹ ਹੈ ਵੀ ਤਕਰੀਬਨ ਜਿਹੜੀ ਅੰਤਰਰਾਸ਼ਟਰੀ ਮੰਡੀ ਹੈ, ਉਹਦੇ 'ਚ ਹਰ ਸਾਲ ਤਕਰੀਬਨ 1800 ਤੋਂ ਲੈ ਕੇ 2000 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਆ ਉਹਦਾ ਵਪਾਰ ਹੁੰਦਾ ਹੈ। ਉਹਦੇ 'ਚੋਂ 12% ਆਉਂਦਾ ਸੀ ਯੂਕਰੇਨ 'ਚੋਂ ਤੇ 17% ਆਉਂਦਾ ਸੀ ਰਸ਼ੀਆ 'ਚੋਂ। ਤਕਰੀਬਨ 30% ਹੋ ਗਿਆ। ਉਹ ਜਿਹੜੀ ਲੜਾਈ ਲੱਗੀ ਉਹਦੇ ਨਾਲ ਉਹਦੇ 'ਚੋਂ ਤਕਰੀਬਨ 450 ਤੋਂ 500 ਲੱਖ
ਲੱਖ ਟਨ ਉਹ ਡਿਸਪੀਅਰ ਹੋ ਗਏ। ਇਸ ਕਰਕੇ ਜਿਹੜੀ ਮੰਡੀ ਦੇ ਵਿੱਚ ਜਿੱਦਣ ਲੜਾਈ ਲੱਗੀ ਉਦੋਂ ਅੰਤਰਰਾਸ਼ਟਰੀ ਮੰਡੀ ਤਕਰੀਬਨ 40% 24 ਫਰਵਰੀ ਤੋਂ ਬਾਅਦ ਅਗਲੇ ਹਫ਼ਤੇ 40% ਪ੍ਰਾਈਸ ਵੱਧ ਗਏ ਜੀ। ਤੇ ਉਹ ਆਪਣਾ ਇਹ ਵੀ ਆਪਣੀ ਤਕਰੀਬਨ ਜਿਹੜੀ ਕਣਕ ਹੈ ਉਹ ਉਸ ਟਾਈਮ ਵਾਢੀ ਸ਼ੁਰੂ ਹੋ ਜਾਂਦੀ ਹੈ ਥੱਲੇ ਮੱਧ ਪ੍ਰਦੇਸ਼ ਵੱਲੋਂ। ਜੇ ਤੁਸੀਂ ਗਿਆ ਹੋਵੇ ਦੇਖਿਆ ਹੋਵੇ ਮੱਧ ਪ੍ਰਦੇਸ਼ ਰਾਜਸਥਾਨ 'ਚ ਕਣਕ ਦੀ ਵਾਢੀ ਪਹਿਲਾਂ ਹੋ ਜਾਂਦੀ ਹੈਗੀ, ਆਪਣੇ ਥੋੜ੍ਹੀ ਜਿਹੀ ਲੇਟ ਹੁੰਦੀ ਹੈਗੀ ਜੀ। ਤੇ ਇਸ ਕਰਕੇ ਪ੍ਰਾਈਸ ਵਧੇ। ਉਹਦੇ ਨਾਲ ਤੇ ਬਾਹਰਲੇ ਟਰੇਡਰ ਵੀ ਹੁਣ ਪੰਜਾਬ ਦੇ ਵਿੱਚ ਆ ਗਏ ਜਾਂ ਜ਼ਿਆਦਾ ਮੱਧ ਪ੍ਰਦੇਸ਼ ਤੇ ਯੂਪੀ 'ਚ ਆਏ। ਜਦੋਂ ਕੋਈ ਬਾਹਰਲਾ ਖਰੀਦਦਾ ਹੈ ਕਣਕ ਉਹਨੇ ਦੇਖਣਾ ਵੀ ਮੈਨੂੰ ਕਣਕ ਕਿੱਥੋਂ ਮਿਲਦੀ ਹੈ ਤੇ ਕੀ ਕੁਆਲਿਟੀ ਹੈ ਉਹ ਚੀਜ਼ਾਂ ਉਹਨੇ। ਬਾਕੀ ਜਿੱਥੇ ਸੌਦਾ ਕੀਤਾ ਸੌਦਾ ਸਿਰੇ ਚੱਲੂਗਾ, ਕਿਤੇ ਇਹ ਤਾਂ ਨਹੀਂ ਵੀ ਲਾਸਟ ਮਿੰਟ ਤੇ ਕੋਈ ਸਰਕਾਰੀ ਇਹਦੇ ਤੇ ਬੰਦ ਚਲਾ ਦੇ ਜੀ। ਸੋ ਐਸੇ ਹੀ ਕੀ ਹੋਇਆ, ਜਿਹੜਾ ਪਿਛਲਾ ਸਾਲ ਸੀ, ਜਿਹੜੀ ਪਿਛਲੇ ਸਾਲ ਦੀ ਕਣਕ ਸੀ, ਜੇ ਆਪਾਂ ਦੇਖੀਏ ਵੀ ਜਿਹੜਾ ਸਾਲ ਸੀਗਾ 2020 ਉਹ 'ਚ ਤਕਰੀਬਨ 220 ਲੱਖ ਟਨ ਕਣਕ ਬਾਹਰ ਗਈ ਸੀ ਇੰਡੀਆ ਤੋਂ। ਜਿਹੜਾ ਹੁਣ ਸਾਲ 31 ਮਾਰਚ ਨੂੰ ਖਤਮ ਹੋਇਆ ਉਹਦੇ 'ਚ ਤਕਰੀਬਨ 700 ਲੱਖ ਟਨ ਐਕਸਪੋਰਟ ਹੋ ਗਈ। ਅਗਲੇ 'ਚ ਐਕਸਪੈਕਟਡ ਹੈਗੀ ਵੀ ਜਿਹੜੀ ਤਕਰੀਬਨ 120 ਤੋਂ 130 ਲੱਖ ਟਨ ਹੋ ਸਕਦਾ 150 ਲੱਖ ਟਨ ਤੱਕ ਐਕਸਪੋਰਟ ਹੋ ਜਾਏ। ਤੇ ਉਹਦੇ 'ਚ ਭਾਰਤ ਸਰਕਾਰ ਨੇ ਇਹ ਚੰਗਾ ਕੀਤਾ। ਇਹ ਵੇਖੋ ਇਹ ਇੱਕ ਤਰ੍ਹਾਂ ਦਾ ਕੰਪੀਟੀਸ਼ਨ ਹੈ। ਜਦੋਂ ਕਣਕ ਦਾ ਪ੍ਰਾਈਸਿਸ ਵਧਣ ਲੱਗਦੇ ਆ ਨਾ, ਫਾਰਮਰ ਨੂੰ ਉਦੋਂ 2 ਪੈਸੇ ਮਿਲਣੇ ਚਾਹੀਦੇ। ਉਹਨੇ ਇੰਨੀ ਮਿਹਨਤ ਕੀਤੀ ਹੁੰਦੀ ਹੈ ਕਿਸਾਨ ਨੇ ਜੀ। ਪਰ ਜਿਹੜੇ ਜਿਵੇਂ ਫਲੋਰ ਮਿਲਸ ਹੁੰਦੀਆਂ ਉਹ ਚਾਹੁੰਦੇ ਨਹੀਂ ਪ੍ਰਾਈਸ ਵਧਣ। ਇੱਕ ਮਾਰਚ ਦੇ ਵਿੱਚ ਮੀਟਿੰਗ ਹੋਈ ਸੀ ਭਾਰਤ ਸਰਕਾਰ ਦੇ ਵਿੱਚ ਵੀ ਤੁਸੀਂ ਨਾ ਜੀ ਕਣਕ ਤੇ ਐਕਸਪੋਰਟ ਡਿਊਟੀ ਲਾ ਦਿਓ, ਪਰ ਉਹਦੇ 'ਚ ਭਾਰਤ ਸਰਕਾਰ ਨੇ ਬਹੁਤ ਸਿਆਣਾ ਫੈਸਲਾ ਕੀਤਾ। ਉਹਨਾਂ ਨੇ ਉਹ ਕਿਹਾ ਵੀ ਨਹੀਂ ਐਕਸਪੋਰਟ ਡਿਊਟੀ ਨਹੀਂ ਲਾਉਣੀ ਤੇ ਜਿਹੜਾ ਮਤਲਬ ਹੋਣਾ ਹੈਗਾ ਆਪਣਾ ਐਕਸਪੋਰਟ ਉਹ ਹੋਏਗੀ ਤੇ ਉਹ ਉਸ ਦੇ ਅਨੁਸਾਰ ਚੱਲ ਰਿਹਾ। ਜਦੋਂ ਹੁਣ ਕੋਈ ਜਿਹੜਾ ਐਕਸਪੋਰਟਰ ਆਉਂਦਾ ਹੈ ਬਾਠ ਸਾਹਿਬ, ਉਹਨੇ ਦੇਖਣਾ ਵੀ ਮੈਨੂੰ ਕਾਸਟ ਕਿੰਨੀ ਪੈਂਦੀ ਹੈਗੀ। ਹੁਣ ਜਿਹੜੀ ਮੱਧ ਪ੍ਰਦੇਸ਼ ਦੇ ਵਿੱਚ ਜਾਂ ਕਣਕ ਹੈਗੀ ਉਹਦੀ ਜਿਹੜੀ ਕਾਸਟ ਹੈਗੀ, ਜਦੋਂ ਉਹਦੇ ਤੇ ਹੋਰ ਜੋ ਮੰਡੀ 'ਚ ਖਰੀਦਦਿਆਂ ਕਿਤੀਆਂ ਮਤਲਬ ਉੱਤੇ ਟੈਕਸਿਸ ਵਗੈਰਾ ਕਿੰਨੇ ਪੈਂਦੇ ਹਨ, ਉਹ ਮੱਧ ਪ੍ਰਦੇਸ਼ ਨੇ ਕੀਤਾ ਵੀ ਜੇ ਐਕਸਪੋਰਟ ਕਰਨੀ ਹੈ ਉਹਦੇ ਤੇ ਟੈਕਸ 0 ਹੈ। ਇਸੇ ਤਰ੍ਹਾਂ ਹੀ ਰਾਜਸਥਾਨ ਤੇ ਗੁਜਰਾਤ, ਹਾਲਾਂਕਿ ਗੁਜਰਾਤ ਵਾਲੀ ਕਣਕ ਨਹੀਂ ਹੁੰਦੀ, ਉਹਨਾਂ ਨੇ ਕਿਹਾ ਵੀ ਜੇ ਸਿੱਧੀ ਤੁਸੀਂ ਜ਼ਿਮੀਂਦਾਰ ਤੋਂ ਕਿਸਾਨ ਤੋਂ ਖਰੀਦ ਲਓਗੇ ਕਣਕ ਤਾਂ ਉਹਦੇ ਤੇ ਕੋਈ ਟੈਕਸ ਨਹੀਂ ਗਾ। ਪਰ ਪੰਜਾਬ ਦੇ ਵਿੱਚ ਜਿਹੜੇ ਟੈਕਸ ਉਹ ਹੈਗੇ 8.5%। ਸੋ ਉਸ ਕਰਕੇ ਜਿਹੜੀ ਸਾਡੀ ਕੰਪੀਟੀਟਿਵਨੈਸ ਨਾਲ ਉਹ ਘੱਟ 8.5%। ਜਿਹਨੇ ਕਿਸੇ ਵੀ ਵਪਾਰੀ ਨੇ ਖਰੀਦਣੀ ਹੈ ਕਣਕ, ਉਹਨੇ ਦੇਖਣਾ ਮੈਨੂੰ ਕਿੰਨੀ ਕੀਮਤ ਤੇ ਪੈਂਦੀ ਹੈ। ਜਿਹੜੀਆਂ ਆਪਣੀਆਂ 2 ਵੱਡੀਆਂ ਬੰਦਰਗਾਹਾਂ ਹੈਗੀਆਂ, ਇੱਕ ਕਾਂਡਲਾ, ਦੂਸਰੀ ਹੈਗੀ ਮੁੰਦਰਾ, ਉੱਥੇ ਜਦੋਂ ਤੱਕ ਪਹੁੰਚਾਉਂਦੇ ਆ, ਜੇ ਹੁਣ ਕਣਕ ਹੋਈ ਮੱਧ ਪ੍ਰਦੇਸ਼ ਦੀ ਜਾਂ ਰਾਜਸਥਾਨ ਦੀ, ਉਹਦਾ ਖਰਚਾ ਘੱਟ ਆ। ਹੁਣ ਇੰਦੌਰ ਤੋਂ ਉਹ ਤਕਰੀਬਨ 2200 ਰੁਪਏ ਕੁਇੰਟਲ ਤੱਕ ਖਰੀਦ ਰਹੇ ਹੈਗੇ ਮੱਧ ਪ੍ਰਦੇਸ਼ ਦੇ ਵਿੱਚ। ਜਿਹੜੀ ਪੰਜਾਬ 'ਚ ਹੈ ਉਹ 100 ਰੁਪਇਆ ਹੋਰ ਪਿਆ, ਉਹ 2300 ਰੁਪਏ ਕੁਇੰਟਲ ਨੂੰ ਤਕਰੀਬਨ ਉੱਥੇ ਪਹੁੰਚਾ ਦਿੰਦੇ ਆ। ਉੱਥੇ ਤਕਰੀਬਨ ਜਿਹੜਾ ਰੇਟ ਚੱਲ ਰਿਹਾ ਪਿਛਲੇ ਹਫ਼ਤੇ ਦਾ ਉਹ 2400 ਤੋਂ ਲੈ ਕੇ 2550 ਰੁਪਏ ਕੁਇੰਟਲ ਦਾ ਚੱਲ ਰਿਹਾ ਜੀ। ਸਾਡੀ ਜਿਹੜੀ ਪੰਜਾਬ ਦੀ ਕਣਕ ਹੈ ਉਹਦੇ ਤੇ ਇੱਕ ਕੁਇੰਟਲ 2000 ਰੁਪਏ ਮਤਲਬ 2015 ਰੁਪਏ ਤਾਂ ਉਹਦੀ ਕੀਮਤ ਹੈਗੀ, ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਜੀ, ਪਲੱਸ ਉਹਦੇ ਤੇ 171 ਰੁਪਏ ਉਹਦੇ ਤੇ ਟੈਕਸ ਪੈ ਜਾਂਦੇ ਹੈਗੇ। ਉਸ ਤੋਂ ਇਲਾਵਾ ਜਿਹੜੀ ਟਰਾਂਸਪੋਰਟੇਸ਼ਨ ਕਾਸਟ ਬਹੁਤ ਜ਼ਿਆਦਾ ਹੈ। ਜੇ ਹੁਣ ਆਪਣੀ ਖੰਨਾ ਸਭ ਤੋਂ ਵੱਡੀ ਮੰਡੀ ਹੈਗੀ ਕਣਕ ਦੀ, ਉੱਥੋਂ ਜੇ ਕਾਂਡਲਾ ਤੁਸੀਂ ਕਣਕ ਲੈ ਕੇ ਜਾਣੀ ਹੋਵੇ, ਉਹਦੇ ਤੇ 1 ਕੁਇੰਟਲ ਤੇ, ਉਹ ਵੀ ਜੇ ਤੁਹਾਡੀ ਵੈਗਨ ਪੂਰੀ ਭਰੀ ਹੋਵੇ, 1 ਕੁਇੰਟਲ ਤੇ 182 ਰੁਪਏ ਦਾ ਉਹਦਾ ਖਰਚਾ ਹੈਗਾ। ਸੋ ਜਦੋਂ ਨੂੰ ਤੁਹਾਡੀ ਉਹ ਕਣਕ ਜਾਣੀ ਪੰਜਾਬ ਵਾਲੀ, ਉਹ 2410 ਰੁਪਏ 2400 ਤੋਂ ਉੱਪਰ ਪੈਂਦੀ। ਸੋ ਉਸ ਕਰਕੇ ਤੁਹਾਡੀ ਕੰਪੀਟੀਟਿਵਨੈਸ ਵੱਧ ਜਾਂਦੀ। ਜਿਹੜਾ ਪੰਜਾਬ ਦਾ ਕਿਸਾਨ ਜਦੋਂ ਟਰਾਲੀ ਕਣਕ ਪਾਉਂਦਾ ਆਪਦੇ ਖੇਤੋਂ, ਉਦੋਂ ਉਹ ਕੰਪੀਟੀਟਿਵ ਹੈ। ਉਹ ਮਤਲਬ ਦੁਨੀਆ ਦੀ ਮੰਡੀ ਦੇ ਵਿੱਚ ਉਹ ਵਧੀਆ ਪ੍ਰਾਈਸ ਤੇ ਕੰਪੀਟ ਕਰਦਾ ਹੈ। ਪਰ ਜਦੋਂ ਉਹਨੂੰ ਉਹਦੀ ਕਣਕ ਪਹੁੰਚਦੀ ਉੱਥੇ ਬੰਦਰਗਾਹ ਤੱਕ, ਉਦੋਂ ਉਹਦਾ ਐਡਵਾਂਟੇਜ ਜਿਹੜਾ ਨਾ ਉਹ ਬਹੁਤ ਸਾਰਾ ਲੂਜ਼ ਹੋ ਜਾਂਦਾ ਹੈ। ਹਾਈ ਟੈਕਸ ਜ਼ਿਆਦਾ ਕਰਕੇ, ਟਰਾਂਸਪੋਰਟੇਸ਼ਨ ਕਾਸਟ ਕਰਕੇ। ਤੀਜਾ ਇਹ ਵੀ ਹੈ ਵੀ ਇਕੱਲੀ ਇਹੀ ਨਹੀਂ ਵੀ ਟਰਾਂਸਪੋਰਟੇਸ਼ਨ ਕਾਸਟ ਜ਼ਿਆਦਾ ਹੈ, ਉਹਦੇ ਨਾਲ ਇਹ ਹੈ ਵੀ ਤੁਹਾਨੂੰ ਵੈਗਨਸ ਮਿਲ ਹੀ ਨਹੀਂ ਰਹੀਆਂ, ਜੋ ਹੈ ਮਹੀਨਿਆਂ ਦੀ ਇੰਤਜ਼ਾਰ ਹੈਗੀ। ਜੇ ਟਰੱਕਾਂ ਨਾਲ ਭੇਜੋ ਤਾਂ ਜਿਹੜੀ ਟਰਾਂਸਪੋਰਟੇਸ਼ਨ ਕਾਸਟ ਆ ਉਹ ਤਕਰੀਬਨ 2.5 ਗੁਣਾ ਹੋ ਜਾਂਦੀ ਹੈਗੀ। ਅੱਛਾ, ਹੋਰ ਵੀ ਵੱਧ ਜਾਂਦੀ। ਦੂਜੇ ਪਾਸੇ ਪੰਜਾਬ ਦੀ ਉਹ ਵੀ ਡਿਸਐਡਵਾਂਟੇਜ ਹੈ। ਪੰਜਾਬ 'ਚ ਜਿਹੜਾ ਐਡਵਾਂਟੇਜ ਇੱਕ ਹੈਗਾ ਜਿਹੜਾ ਖਰੀਦਦਾਰ ਉਹਨੂੰ, ਉਹ ਹੈ ਵੀ ਮੱਧ ਪ੍ਰਦੇਸ਼ ਦੇ ਵਿੱਚ ਜਾਂ ਯੂਪੀ ਦੇ ਵਿੱਚ
ਜਿੰਨੀ ਉਹ ਕਣਕ ਕਿਤੇ 10 ਪਿੰਡਾਂ 'ਚੋਂ ਇਕੱਠੀ ਕਰੂਗਾ ਉਨੀ ਪੰਜਾਬ 'ਚ ਉਹਨੂੰ ਇੱਕ ਪਿੰਡ 'ਚੋਂ ਹੋ ਜਾਣੀ। ਸੋ ਮੇਰੇ ਖਿਆਲ ਨਾਲ ਪੰਜਾਬ ਸਰਕਾਰ ਨੂੰ ਚਾਹੀਦਾ ਸੀਗਾ ਵੀ ਉਹਨਾਂ ਜਿਹੜੇ ਟੈਕਸ, ਜਿਹੜੀ ਖਾਸ ਕਰ ਐਕਸਪੋਰਟ ਵਾਲੀ ਕਣਕ ਹੈਗੀ ਉਹ ਤੇ ਟੈਕਸ ਕਹਿ ਦਿੰਦੇ ਵੀ ਅਸੀਂ ਨਹੀਂ ਲਵਾਂਗੇ, ਜਾਂ ਜਿਵੇਂ ਬਾਸਮਤੀ ਦੇ ਵਿੱਚ 1% ਟੈਕਸ ਲੈਂਦੇ ਆ ਲਵਾਂਗੇ ਅਸੀਂ, ਉਹ ਇਹਨਾਂ ਨੇ ਕੀਤਾ ਨਹੀਂ। ਹੁਣ ਬਹੁਤ ਸਾਰੀ ਜਿਹੜੀ ਕਣਕ ਦੀ ਖਰੀਦ ਹੋ ਚੁੱਕੀ ਹੈ, ਤੇ ਆਈ ਥਿੰਕ ਕਾਫੀ ਵੱਡੀ ਇੱਕ ਅਪਰਚੂਨਿਟੀ ਅਸੀਂ ਨਾ ਮਿਸ ਕਰ ਚੁੱਕੇ ਹਾਂ। ਠੀਕ ਹੈ ਜੀ। ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਸਰਕਾਰੀ ਮਹਿਕਮੇ ਹਨ ਉਹ ਜ਼ਿਆਦਾ ਇਸ ਤਰ੍ਹਾਂ ਸੋਚਦੇ ਆ ਵੀ ਜੇ ਅਸੀਂ ਇਹ ਕਰਤਾ ਤਾਂ ਸਾਨੂੰ ਰੂਰਲ ਡਿਵੈਲਪਮੈਂਟ ਫੰਡ ਘਟ ਜਾਏਗਾ, ਸਾਡਾ ਜਿਹੜੀ ਮੰਡੀ ਫੀਸ ਘਟ ਜੂ। ਉਹ ਤਕਰੀਬਨ ਜੇ ਆਪਾਂ ਸੋਚ ਲਈਏ 5 ਲੱਖ ਟਨ ਕਣਕ ਐਕਸਪੋਰਟ ਹੋ ਜਾਂਦੀ ਤਾਂ ਉਹਦੇ 'ਚ 65 ਕਰੋੜ ਦਾ ਤੱਕ ਜਿਹੜਾ ਟੈਕਸ ਘੱਟ ਹੋਣਾ ਸੀਗਾ। ਪਰ ਉਹਦੇ ਨਾਲ ਫਾਇਦਾ ਇਹ ਹੋਣਾ ਸੀ, ਜ਼ਿਮੀਂਦਾਰ ਨੂੰ ਫਾਇਦਾ ਬਹੁਤ ਜ਼ਿਆਦਾ ਹੋ ਜਾਣਾ। ਤੇ ਨੰਬਰ 2 ਦੇ ਉੱਪਰ ਹੁਣ ਉਹਦੇ ਕਰਕੇ ਕੀ ਹੋਇਆ, ਖਰੀਦੀ ਐਰਕਰ ਵੀ ਪ੍ਰਾਈਵੇਟ ਸੈਕਟਰ ਨੇ ਹੈਗੀ, ਪਰ ਉਹਨਾਂ ਨੇ ਜ਼ਿਆਦਾ ਪੈਸੇ ਦੇਣ ਦੀ ਬਜਾਏ, ਕਿਉਂਕਿ 2015 ਰੁਪਏ ਹੈਗਾ ਮਿਨੀਮਮ ਸਪੋਰਟ ਪ੍ਰਾਈਸ, ਉਹਨਾਂ ਨੇ ਉਦੋਂ 5 ਜਾਂ 10 ਰੁਪਏ ਦੇ ਕੇ ਖਰੀਦ ਲਈ, ਜਦ ਕਿ ਇੱਥੇ ਆਪਣਾ ਮੱਧ ਪ੍ਰਦੇਸ਼ ਵਿੱਚ ਉਹ ਹੋਰ ਵੀ ਪੈਸੇ ਜ਼ਿਆਦਾ ਦਿੰਦੇ ਰਹੇ। ਅੱਛਾ ਡਾਕਟਰ ਸਾਹਿਬ, ਮੈਂ ਇੱਥੇ ਇੱਕ ਚੀਜ਼ ਜਾਣਨੀ ਚਾਹੁੰਦਾ ਤੁਹਾਡੇ ਕੋਲੋਂ, ਜੇ ਤੁਸੀਂ ਮੈਨੂੰ ਖੇਚਲ ਕਰੋ ਕਿ ਪ੍ਰੈਕਟੀਕਲੀ ਤਾਂ ਉਹ ਅੱਜ ਦੀ ਤਰੀਕ 'ਚ ਸੰਭਵ ਨਹੀਂ। ਹੁਣ ਕਿਸਾਨ ਦੀ ਕਣਕ ਬੰਦਰਗਾਹ ਜਿਹੜੀ ਗੁਜਰਾਤ ਜਾਂ ਮਹਾਰਾਸ਼ਟਰ ਵਾਲੇ ਪਾਸੇ ਜਿੱਥੇ ਸਮੁੰਦਰ ਲੱਗਦਾ, ਉਧਰਲੇ ਪਾਸੇ ਬੰਦਰਗਾਹਾਂ ਨੇ ਗੁਜਰਾਤ ਵਾਲੇ ਪਾਸੇ, ਉਧਰਲੇ ਪਾਸੇ ਸਾਡੀ ਕਾਸਟ, ਟਰਾਂਸਪੋਰਟੇਸ਼ਨ ਕਾਸਟ ਬਹੁਤ ਪੈਂਦੀ ਹੈ, ਢੋਆਈ ਦਾ ਖਰਚਾ ਪੈ ਗਿਆ। ਪਰ ਜੇ ਕਿਉਂਕਿ ਤੁਸੀਂ ਜਿਹੜਾ ਸਾਰਾ ਰਿਸਰਚ ਤੁਸੀਂ ਕੀਤੀ ਹੈ ਉਹਦੇ ਵਿੱਚ ਤੁਸੀਂ ਅਰਬ ਦੇਸ਼ਾਂ ਦਾ ਜ਼ਿਕਰ ਕੀਤਾ, ਬਹੁਤ ਸਾਰੇ ਦੇਸ਼ਾਂ ਦਾ ਜ਼ਿਕਰ ਕੀਤਾ ਕਿ ਜਿੱਥੇ ਮੰਡੀ ਹੈਗੀ ਆ ਕਣਕ ਸਾਡੀ ਵਿਕ ਸਕਦੀ ਹੈ। ਜੇ ਆ ਪਰਲੇ ਪਾਸਿਓਂ ਲੰਘਾ ਪਾਕਿਸਤਾਨ, ਅਫਗਾਨਿਸਤਾਨ ਵਾਲਾ ਜਾਂ ਉਧਰਲੇ ਪਾਸੇ ਨੂੰ ਕਿਤੇ ਖੁੱਲ ਜਾਏ ਵਪਾਰ ਵਾਲਾ, ਜੇ ਇਹ ਸ਼ਬਦ ਮੈਂ ਵਰਤ ਰਿਹਾ, ਤਾਂ ਫਿਰ ਕੀ ਪੰਜਾਬ ਦੇ ਕਿਸਾਨ ਨੂੰ ਉਹਦੇ ਵਿੱਚ ਲਾਭ ਹੋ ਸਕਦਾ? ਫਿਰ ਸਾਡੀਆਂ ਕਾਸਟਾਂ ਜਿਹੀਆਂ ਪੂਰੀਆਂ ਹੋ ਸਕਦੀਆਂ ਜੀ? ਵੇਖੋ, ਜੇ ਉਹ ਇੱਕ ਲਾਂਘਾ ਖੁੱਲ ਜੇ ਤਾਂ ਇੱਕ ਤਾਂ ਸਭ ਤੋਂ ਵੱਡਾ ਤਾਂ ਇਹੀ ਹੈ, ਜੇ ਪਰਮਾਤਮਾ ਕਿਰਪਾ ਕਰੇ ਦੋਨਾਂ ਮੁਲਕਾਂ ਦਾ ਲਾਂਘਾ ਖੁੱਲ ਜੇ ਤੇ ਥੋੜੇ ਜਿਹੇ ਸੁਧਾਰ ਚੰਗੇ ਹੋ ਜਾਣ। ਸਿੱਧੀ ਪਹਿਲੀ ਤਾਂ ਇਹੀ ਹੈਗੀ ਵੀ ਪਾਕਿਸਤਾਨ ਨੇ ਤਕਰੀਬਨ 2 ਲੱਖ ਟਨ ਕਣਕ ਇੰਪੋਰਟ ਕਰਨੀ ਹੈ, ਉਹ ਤਾਂ ਸਿੱਧੀ ਪੰਜਾਬ ਤੋਂ ਸਸਤੀ ਕੋਈ ਦੇ ਹੀ ਨਹੀਂ ਸਕਦਾ ਉਹਨਾਂ ਨੂੰ। ਨੰਬਰ 2 ਤੇ ਜਿਹੜਾ ਬਹੁਤ ਸਾਰਾ ਸੈਂਟਰਲ ਏਸ਼ੀਆ ਨੂੰ ਉੱਥੋਂ ਦੀ ਜਾਣਾ, ਅਫਗਾਨਿਸਤਾਨ ਨੂੰ ਜਾਣਾ, ਉਹ ਹੋਰ ਵੀ ਉਹਦੇ ਵਿੱਚ ਕੋਈ ਵੀ ਪੰਜਾਬ ਦੇ ਨਾਲ ਕੰਪੀਟ ਨਹੀਂ ਕਰ ਸਕਦਾ। ਸਾਨੂੰ ਬਹੁਤ ਵੱਡਾ ਐਡਵਾਂਟੇਜ ਹੈ ਕਣਕ ਦੇ ਵਿੱਚ ਵੀ, ਤੇ ਹੋਰ ਵੀ ਮੰਨ ਲਓ ਉੱਥੋਂ ਦੀ ਖਾਸ ਕਰ ਜਿਹੜਾ ਅੱਗੇ ਸੈਂਟਰਲ ਏਸ਼ੀਆ ਆ ਜਾਂਦਾ ਨਾ, ਉੱਥੇ ਅਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਭੇਜ ਸਕਦੇ ਹਾਂ ਜੀ। ਤੇ ਮਤਲਬ ਜੇ ਦੋਨਾਂ ਮੁਲਕਾਂ ਦੇ ਆਪਣੇ ਆਪਸੀ ਸੰਬੰਧਾਂ ਵਿੱਚ ਸੁਧਾਰ ਹੋ ਜਾਂਦਾ ਹੈ, ਇਹ ਰਸਤਾ ਖੁੱਲ ਜਾਂਦਾ ਹੈ, ਤਾਂ ਉਹ ਪੰਜਾਬ ਦੀ ਐਗਰੀਕਲਚਰ ਨੂੰ ਉਸ ਤੋਂ ਬਹੁਤ ਲਾਭ ਹੋ ਸਕਦਾ ਹੈ ਜੀ। ਡਾਕਟਰ ਸਾਹਿਬ ਮੈਨੂੰ ਅਗਲੀ ਗੱਲ ਦੱਸਿਓ ਕਿ ਹੁਣ ਸਰਕਾਰ ਨਵੀਂ ਬਣੀ ਹੈ, ਹਰ ਵਾਰ ਆਮ ਲੋਕਾਂ ਦਾ, ਕਿਸਾਨਾਂ ਦਾ, ਪੱਲੇਦਾਰਾਂ ਦਾ ਇੱਕ ਰੋਸਾ ਜਿਹਾ ਹੁੰਦਾ ਆ ਕਿ ਪਤਾ ਸਾਨੂੰ ਹੈਗਾ ਕਿ ਕਣਕ ਵੀ ਮੰਡੀ 'ਚ ਆਉਣੀ ਹੈ, ਝੋਨਾ ਵੀ ਮੰਡੀ 'ਚ ਆਉਣਾ ਹੈ, ਪ੍ਰਬੰਧਾਂ ਦੇ ਪੱਖੋਂ ਕਈ ਵਾਰੀ ਨਾਕਾਮੀਆਂ ਹੁੰਦੀਆਂ, ਜਾਮ ਵੀ ਲੱਗਦੇ ਆ, ਪੈਸੇ ਲੇਟ ਮਿਲਣੇ ਆ ਜੀ, ਸਫਾਈ ਦਾ ਪ੍ਰਬੰਧ ਪੂਰਾ ਨਹੀਂ ਹੈ। ਐਤਕੀ ਕਿਉਂਕਿ ਸਰਕਾਰ ਪੰਜਾਬ ਦੇ ਵਿੱਚ ਬਦਲੀ ਹੈ, ਇੰਨੀ ਛੇਤੀ ਤਾਂ ਵੈਸੇ ਸੁਧਾਰ ਦੀ ਗੁੰਜਾਇਸ਼ ਵੀ ਨਹੀਂ ਹੁੰਦੀ, ਪਰ ਇੱਕ ਖੇਤੀਬਾੜੀ ਮਾਹਿਰ ਹੋਣ ਦੇ ਨਾਤੇ 1978 ਦੀ ਤੁਸੀਂ PhD ਕੀਤੀ ਹੈ, ਤੁਸੀਂ ਬਚਪਨ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਵੀ ਆਉਂਦਾ ਦੇਖਿਆ, ਉਹਦੇ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ, ਪੰਜਾਬ ਉੱਪਰੋਂ ਥੱਲੇ ਉੱਪਰ ਜਾਂਦਾ ਦੇਖਿਆ। ਸਰਕਾਰ ਦੇ ਪ੍ਰਬੰਧਾਂ ਦੇ ਬਾਬਤ ਇੱਕ ਐਕਸਪਰਟ ਹੋਣ ਦੇ ਨਾਤੇ ਅਜੇ ਤੱਕ ਦਾ ਤੁਹਾਡਾ 50-51 ਦਿਨ ਦਾ ਜਿਹੜਾ ਸਰਕਾਰ ਦਾ ਕਾਰਜਕਾਲ ਹੈ, ਤੁਹਾਨੂੰ ਕੀ ਲੱਗਦਾ ਜੀ? ਤੁਹਾਡੇ ਕੀ ਵਿਊ ਨੇ ਉਹਦੇ ਬਾਰੇ? ਬਿਲਕੁਲ ਤੁਸੀਂ ਠੀਕ ਕਿਹਾ। ਅੱਜ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣੇ ਅੱਜ 51 ਦਿਨ ਹੋ ਗਏ ਉਹਨਾਂ ਦੇ ਪੂਰੇ, ਤੇ 16 ਮਾਰਚ ਨੂੰ ਉਹਨਾਂ ਨੇ ਸਹੁੰ ਚੁੱਕੀ ਸੀਗੀ, ਫਿਰ ਤਕਰੀਬਨ ਹਫ਼ਤੇ ਬਾਅਦ ਕੈਬਨਿਟ ਬਣੀ, ਤੇ ਜਿਹੜਾ ਇਹ ਕਣਕ ਦੀ ਪ੍ਰੋਕਿਉਰਮੈਂਟ ਸੀ ਜਾਂ ਕਣਕ ਦੀ ਖਰੀਦ ਸੀ, ਇਹ ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਆਪਾਂ ਕਹਿੰਦੇ ਨਾ ਲਿਟਮਸ ਟੈਸਟ ਸੀਗਾ। ਆਈ ਥਿੰਕ ਜੇ ਓਵਰਆਲ ਦੇਖਿਆ ਜਾਵੇ ਸਰਕਾਰ ਨੇ ਕਾਫੀ ਕੰਮ ਠੀਕ ਕੀਤਾ ਹੈਗਾ। ਉਹਦੇ ਮੈਂ 2-3 ਉਦਾਹਰਨਾਂ ਦਿੰਦਾ ਹੈਗਾ। ਇੱਕ ਤਾਂ ਇਹ ਹੈ ਵੀ ਅੱਗੇ ਨਾ ਕਾਫੀ ਰੌਲਾ ਪੈਂਦਾ ਰਹਿੰਦਾ ਸੀ ਵੀ ਜਿਹੜਾ ਪੈਸਾ ਆਉਂਦਾ ਹੈ ਖਰੀਦ ਲਈ ਉਹ ਦਿੰਦੀ ਹੈ ਭਾਰਤ ਸਰਕਾਰ, ਉਹਦੇ ਲਈ ਹੁੰਦੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਅਪਰੂਵ ਕਰਦੀ ਹੈ ਕੈਸ਼ ਕ੍ਰੈਡਿਟ ਲਿਮਿਟ ਜੀ। ਉਹ ਤਕਰੀਬਨ ਅੱਗੇ ਸਾਡਾ ਜਿਹੜਾ ਕਣਕ ਦਾ ਪ੍ਰੋਕਿਉਰਮੈਂਟ ਸੀਜ਼ਨ ਹੈ ਨਾ, ਉਹ 1 ਅਪ੍ਰੈਲ ਤੋਂ ਸ਼ੁਰੂ ਹੋਏ ਨਾ ਥਿਓਰੈਟੀਕਲੀ ਤਾਂ, ਪਰ ਪ੍ਰੈਕਟੀਕਲੀ ਤਕਰੀਬਨ 10 ਅਪ੍ਰੈਲ ਤੋਂ ਕਣਕ ਮੰਡੀ 'ਚ ਆਉਣੀ ਸ਼ੁਰੂ ਹੁੰਦੀ ਹੈ।
ਪਰ ਉਹ ਹੋਇਆ ਕਿ ਇਹਨਾਂ ਨੇ 28 ਮਾਰਚ ਨੂੰ 24,773 ਕਰੋੜ ਰੁਪਏ ਦੀ CCL ਸੈਂਕਸ਼ਨ ਕਰਵਾ ਲਈ। ਉਹਦੇ ਵਿੱਚ ਜਿਹੜੇ ਅਫਸਰ ਸਾਹਿਬਾਨ ਆ ਉਹਨਾਂ ਨੇ ਮਿਹਨਤ ਕੀਤੀ, ਮੁੱਖ ਮੰਤਰੀ ਦੀ ਸਾਹਿਬ ਦੀ ਡਾਇਰੈਕਸ਼ਨ, ਦੂਸਰੇ ਜਿਹੜੇ ਆਪਣੇ ਫੂਡ ਮਿਨਿਸਟਰ ਹੈਗੇ ਲਾਲ ਚੰਦ ਕਟਾਰੂ ਚੱਕ, ਉਹਨਾਂ ਦੀ ਆਈ ਥਿੰਕ ਵਧੀਆ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਇੱਕ ਦੂਸਰਾ ਬਾਟ ਸਾਹਿਬ ਕੀ ਉਹਨਾਂ ਨੇ ਇੱਕ ਨਾ ਜਿਹੜਾ ਪੋਲੀਟੀਕਲ ਲੀਡਰਸ਼ਿਪ ਦਾ ਮੈਸੇਜ ਹੁੰਦਾ ਉਹ ਬਹੁਤ ਇੰਪੋਰਟੈਂਟ ਹੁੰਦਾ। ਆਈ ਥਿੰਕ ਜਦੋਂ ਅਫਸਰ ਬਹੁਤ ਸਾਰੇ ਆੜਤੀਏ ਲੈ ਲਓ, ਕੋਈ ਵੀ, ਆਈ ਥਿੰਕ ਲੋਕੀ ਕਹਿੰਦੇ ਵੀ ਅਸੀਂ ਕਲੀਨ ਬਿਜ਼ਨਸ ਕਰੀਏ, ਸਾਫ ਸੁਥਰਾ ਕੰਮ ਕਰੀਏ, ਸਾਨੂੰ ਨਾ ਕੁਝ ਇੱਧਰਲਾ ਉੱਧਰਲਾ ਕਰਨਾ ਪਵੇ। ਆਈ ਥਿੰਕ ਉਹ ਜਦੋਂ ਮੈਸੇਜ ਉੱਪਰੋਂ ਜਾਂਦਾ ਨਾ ਉਹਦਾ ਫਰਕ ਪੈਂਦਾ। ਮੈਂ ਤੁਹਾਨੂੰ ਇਹਦੀਆਂ 2-3 ਐਗਜ਼ਾਮਪਲ ਦਿੰਦਾ ਹੈਗਾ ਜੀ। ਪਹਿਲਾਂ ਤਾਂ ਇਹ ਹੈਗਾ ਵੀ ਤਕਰੀਬਨ ਇਹਨਾਂ ਨੇ ਮੰਡੀਆਂ 'ਚ ਜੋ ਅਰੇਂਜਮੈਂਟ ਕਰਨੇ ਸੀ ਉਹ ਕਾਫੀ 8 ਅਪ੍ਰੈਲ ਦੀ ਗੱਲ ਸੀ, ਜਿਸ ਦਿਨ ਮਾਨ ਸਾਹਿਬ ਖੰਨਾ ਮੰਡੀ ਵਿੱਚ ਜਾ ਕੇ ਦੇਖਿਆ, ਇਹਨਾਂ ਨੇ ਅਸ਼ੋਰੈਂਸ ਦਿੱਤੀ ਵੀ ਜਿਹੜਾ ਕਿਸੇ ਕਿਸਾਨ ਦੀ ਕੋਈ ਉੱਥੇ ਐਕਸਪਲੋਇਟੇਸ਼ਨ ਨਹੀਂ ਹੋਊਗੀ, ਜਿਹੜਾ ਮੰਡੀ ਜਦੋਂ ਇੱਕ ਵਾਰੀ ਆ ਗਿਆ ਉਹਨੂੰ ਠੀਕ ਤਰ੍ਹਾਂ ਦੇ ਨਾਲ ਪ੍ਰੋਕਿਓਰ ਕੀਤਾ ਜਾਊਗਾ। ਆਈ ਥਿੰਕ ਬਾਈ ਐਂਡ ਲਾਰਜ ਉਹ ਕੰਮ ਹੋਇਆ ਹੈਗਾ। ਦੂਸਰਾ ਜਿਹੜੀਆਂ 2 ਚੀਜ਼ਾਂ ਤੇ ਆਈ ਹੈਗੀ ਸਮੱਸਿਆ ਇਸ ਵਾਰ, ਅੱਗੇ ਪਿਛਲੇ ਸਾਲਾਂ ਵਿੱਚ ਹੁੰਦੀ ਸੀ, ਕਈ ਤਾਂ CCL ਲੇਟ ਹੋ ਜਾਂਦੀ ਸੀ, ਨੰਬਰ 2 ਤੇ ਬਾਰਦਾਨਾ ਨਹੀਂ ਹੁੰਦਾ ਸੀ, ਤੁਸੀਂ ਦੇਖਿਆ ਹੋਣਾ ਜੀ ਮੰਡੀਆਂ 'ਚ, ਉਹ ਪ੍ਰੋਬਲਮ ਨਹੀਂ ਆਈ। ਪ੍ਰੋਬਲਮ ਪਹਿਲੀ ਤਾਂ ਇੱਕ ਆਈ ਹੈਗੀ ਕਿ ਪ੍ਰੋਕਿਓਰਮੈਂਟ ਠੀਕ ਸ਼ੁਰੂ ਹੋ ਗਈ ਸੀ, ਜਦੋਂ ਇੱਕਦਮ ਜ਼ੋਰ ਪੈ ਗਿਆ ਵਿਸਾਖੀ ਦੇ ਆਸ-ਪਾਸ, ਉਦੋਂ ਜਿਹੜੀ ਉੱਥੋਂ ਮੰਡੀ ਚੋਂ ਢੋਆ ਢੁਆਈ ਸੀ ਨਾ ਗੋਡਾਊਨ ਤੱਕ, ਉਹ ਲੇਟ ਹੋਈ ਹੈਗੀ। ਆਈ ਥਿੰਕ ਉਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਇਹ ਹੈਗੀ ਵੀ ਉਹਦੇ 'ਚ ਜਿਹੜਾ ਇਹ ਸਰਕਾਰ ਕੋਲੇ ਨੂੰ ਆਪਾਂ ਕਿਉਂਕਿ ਸਾਨੂੰ ਟਾਈਮ ਦੇਣਾ ਚਾਹੀਦਾ, ਇਹਨਾਂ ਕੋਲ ਟਾਈਮ ਹੈ ਨਹੀਂ ਸੀ। ਆਈ ਥਿੰਕ ਉਹ ਪ੍ਰੋਬਲਮ ਸੌਰਟ ਆਊਟ ਕਰਨ ਦੀ ਲੋੜ ਹੈਗੀ। ਰੀਜ਼ਨ ਇਹ ਕਿ ਇੱਕ ਤਾਂ ਉਹਦੀ ਕਾਸਟ ਬਹੁਤ ਜ਼ਿਆਦਾ ਹੈ। ਹੁਣ ਮੈਂ ਜੇ ਤੁਹਾਨੂੰ ਦੱਸਾਂ ਨਾ, ਇੱਕ ਹੁਣ ਬਠਿੰਡੇ ਦੀ ਸੀ, ਉੱਥੇ 1 ਕੁਇੰਟਲ ਕਣਕ ਜੇ ਟਰਾਂਸਪੋਰਟ ਕਰਨੀ ਹੈ ਮੰਡੀ ਤੋਂ ਗੋਡਾਊਨ ਤੱਕ, ਉਹਦਾ 118 ਰੁਪਏ ਕੁਇੰਟਲ ਦਾ ਕਿਰਾਇਆ, ਜਿਹੜਾ ਕਿ ਤਕਰੀਬਨ 5.75% ਬਣਦਾ, ਜਿਹੜਾ ਫਾਰਮਰ ਨੇ 6 ਮਹੀਨੇ ਮਿਹਨਤ ਕੀਤੀ ਤੇ ਇੰਨਾ ਪੈਸਾ ਖਰਚ ਕੀਤਾ ਉਹਦਾ। ਨੰਬਰ 2 ਦੇ ਉੱਪਰ ਉਹ ਕਿਸੇ ਨੂੰ ਕੰਟਰੈਕਟ ਮਿਲਿਆ, ਉਹਨੇ ਅੱਗੇ ਟਰੱਕਾਂ ਵਾਲਿਆਂ ਤੋਂ ਕਰਾਉਣਾ, ਟਰੱਕਾਂ ਵਾਲਿਆਂ ਨੂੰ ਉਹ ਸਿਰਫ 68 ਰੁਪਏ ਦੇ ਰਿਹਾ ਸੀ, ਮਤਲਬ ਇਹਦਾ ਮਤਲਬ 40% ਆਪਦੇ ਕੋਲ ਰੱਖ ਰਿਹਾ ਸੀ। ਇੱਕ ਤਾਂ ਉਹ ਉਸ ਕਰਕੇ ਹੋਇਆ। ਆਈ ਥਿੰਕ ਉਸ ਇਸ਼ੂ ਤੇ ਇਹਨਾਂ ਨੂੰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ, ਪਰ ਇਸ ਵਾਰ ਕਿਉਂਕਿ ਇਹਨਾਂ ਕੋਲ ਟਾਈਮ ਨਹੀਂ ਸੀਗਾ ਜੀ। ਦੂਸਰੀ ਜਿਹੜੀ ਸਮੱਸਿਆ ਆ ਰਹੀ ਹੈਗੀ, ਜਿਹੜਾ ਅੱਗੇ ਹੁੰਦੀ ਸੀ ਵੀ ਜਦੋਂ ਖਾਸ ਕਰ ਕਣਕ ਦੀ ਖਰੀਦ ਸ਼ੁਰੂ ਹੁੰਦੀ ਸੀ ਨਾ ਬਾਟ ਸਾਹਿਬ, ਉਦੋਂ ਉਹਦੇ 'ਚ ਹੁੰਦਾ ਸੀ ਹਾਈ ਮੋਇਸਚਰ ਕੰਟੈਂਟ। ਐਰਕਰ ਉਹ ਪ੍ਰੋਬਲਮ ਬਿਲਕੁਲ ਨਹੀਂ ਆਈ। ਉਹਦਾ ਕਾਰਨ ਇੱਕ ਸੀ ਵੀ ਕਿਉਂਕਿ ਤਾਂ ਕਣਕ ਪੱਕ ਜਲਦੀ ਗਈ, ਦਾਣਾ ਛੋਟਾ ਸੀ, ਸੁੱਕ ਗਿਆ। ਪ੍ਰੋਬਲਮ ਆਈ ਜਿਹੜੇ ਸ਼੍ਰਿਵਲਡ ਗ੍ਰੇਨ ਦੀ, ਉਹਦਾ ਹੁਣ ਬਹੁਤ ਰੌਲਾ ਪੈ ਰਿਹਾ। ਉਹਦੇ ਵਿੱਚ ਇਹ ਹੈ ਵੀ ਪਿਛਲੇ ਸਾਲ ਤਕਰੀਬਨ 130 ਲੱਖ ਟਨ ਕਣਕ ਜਿਹੜੀ ਪੰਜਾਬ ਨੇ ਪ੍ਰੋਕਿਓਰ ਕੀਤੀ ਸੀ, ਐਰਕਰ ਇਹਨਾਂ ਨੇ ਟਾਰਗੇਟ ਫਿਕਸ ਕਰ ਲਿਆ 135 ਲੱਖ ਟਨ ਦਾ। ਜਿੰਨੀ ਕੁ ਮੇਰੀ ਤੁਸ਼ ਬੁੱਧੀ ਹੈਗੀ, ਮੈਨੂੰ ਲੱਗ ਰਿਹਾ ਸੀ ਵੀ ਇਹਨਾਂ ਨੇ ਕਿਹੜੇ ਬੇਸਿਸ ਤੇ 135 ਲੱਖ ਦਾ ਟਾਰਗੇਟ ਰੱਖਿਆ ਜੀ, ਕਿਉਂਕਿ ਜੋ ਜ਼ਿਮੀਂਦਾਰ ਤੋਂ ਜਾਂ ਜਿੰਨੇ ਕੁ ਐਕਸਪਰਟਸ ਨੂੰ ਮੈਂ ਜਾਣਦਾ ਹੈ ਉਹਨਾਂ ਤੋਂ ਮੇਰੀ ਇਨਫੋਰਮੇਸ਼ਨ ਆ ਰਹੀ ਸੀ, ਉਹ ਸੀ ਵੀ ਕਣਕ ਦੀ ਫਸਲ ਜਿਹੜੇ ਮੈਂ ਤੁਹਾਨੂੰ 4 ਕਾਰਨ ਪਹਿਲਾਂ ਦੱਸਿਆ ਵੀ ਐਰਕਰ ਝਾੜ ਘੱਟ ਹੋ ਜੀ, ਉਹ ਇਹਦਾ ਮਤਲਬ ਐਗਰੀਕਲਚਰ ਡਿਪਾਰਟਮੈਂਟ ਜਾਂ ਮੰਡੀ ਬੋਰਡ ਉਸ ਚੀਜ਼ ਨੂੰ ਉਹਨਾਂ ਨੇ ਬੜਾ ਧਿਆਨ ਨਹੀਂ ਦਿੱਤਾ। ਜਦੋਂ FCI ਨੇ ਪ੍ਰੋਕਿਓਰਮੈਂਟ ਬੰਦ ਕਰਤੀ, ਤਕਰੀਬਨ ਮਾਨਸਾ ਦੇ ਬਠਿੰਡਾ ਜ਼ਿਲ੍ਹਿਆਂ 'ਚ ਕਿ ਸਪੈਸੀਫਿਕੇਸ਼ਨ ਨਹੀਂ ਮਿਲਦੀਆਂ, ਮੀਟ ਹੋ ਰਹੀਆਂ ਜਿਹੜੀਆਂ 6% ਸ਼੍ਰਿਵਲਡ ਗ੍ਰੇਨ ਦੀਆਂ, ਜਿਹੜਾ ਦਾਣਾ ਪਿਚਕ ਜਾਂਦਾ ਛੋਟਾ ਰਹਿੰਦਾ, ਉਹਦੇ ਤੇ ਫਿਰ ਕਮੇਟੀਆਂ ਬਣੀਆਂ। ਉਹਨੂੰ 5 ਕਮੇਟੀਆਂ ਨੇ ਰਿਪੋਰਟ ਦਿੱਤੀ, 17 ਤਰੀਕ ਦੀ ਰਿਪੋਰਟ ਸਬਮਿਟ ਹੋਈ ਹੈ। ਜੇ ਭਾਰਤ ਸਰਕਾਰ ਨੇ ਉਹਦੇ ਤੇ ਕੋਈ ਫੈਸਲਾ ਲੈਣਾ ਹੈਗਾ ਐਂਡ ਉਹ ਬਿਲਕੁਲ ਜੈਨੂਨ ਹੈ, ਉਹ ਰਿਲੈਕਸੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਉਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਫਾਰਮਰ ਨੇ ਮਿਹਨਤ ਕੀਤੀ ਹੈ। ਹੁਣ ਜੇ ਰੱਬ ਵੱਲੋਂ ਹੀ ਕੁਦਰਤੀ ਕਰੋਪੀ ਆ ਗਈ ਜਿਹਦੇ ਕਰਕੇ ਦਾਣੇ ਛੋਟੇ ਰਹਿ ਗਏ, ਤੇ ਉਹਦੇ ਬਾਰੇ ਫਾਰਮਰ ਜਾਂ ਪੰਜਾਬ ਸਰਕਾਰ ਨੂੰ ਕਿਉਂ ਸਫਰ ਕਰੇ। ਦੂਜਾ, ਉਹਦੇ ਨਾਲ ਨਿਊਟ੍ਰੀਸ਼ਨ ਵੈਲਿਊ ਦਾ ਕੋਈ ਫਰਕ ਨਹੀਂ ਪੈਂਦਾ ਗਾ ਜਿੰਨੀ ਕੁ ਮੇਰਾ ਹੈਗਾ, ਪਰ ਉਹਦੇ ਤੋਂ ਇੱਕ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਜਿਸ ਤਰ੍ਹਾਂ ਦੀ ਆਪਾਂ ਗੱਲ ਪਹਿਲਾਂ ਕੀਤੀ, ਯੂਕਰੇਨ ਤੇ ਰਸ਼ੀਆ ਦਾ ਯੁੱਧ ਅੱਜ ਬੰਦ ਨਹੀਂ ਹੋਣ ਲੱਗਾ, ਇਹ ਲੰਮਾ ਚੱਲਣ ਵਾਲਾ। ਜੇ ਬੰਦ ਵੀ ਹੋ ਗਿਆ, ਯੂਕਰੇਨ 'ਚ ਜਿੰਨੀ ਤਬਾਹੀ ਹੋਈ, ਉੱਥੋਂ ਦੀ ਜਿਹੜੀ ਪ੍ਰੋਡਕਸ਼ਨ ਸੀ ਉਹ ਹਜੇ 4-5 ਸਾਲ ਨੋਰਮਲ ਹੋਏਗੀ, ਨੋਰਮਲ ਹੋਣ ਨੂੰ ਲੱਗ ਜਾਣੇ ਉਹਨੂੰ।
ਜੇਕਰ ਈਵਨ ਆਪਣਾ ਅੱਜ ਵੀ ਯੁੱਧ ਬੰਦ ਹੋ ਜਾਂਦਾ ਹੈਗਾ ਤੇ ਰਸ਼ੀਆ ਦੇ ਅਗੇਂਸਟ ਜਿਹੜੀਆਂ ਸੈਂਕਸ਼ਨ ਲੱਗੀਆਂ ਉਹ 5-7 ਸਾਲ ਚੱਲਣੀਆਂ ਹੈਗੀਆਂ। ਇਹਦਾ ਮਤਲਬ ਅਗਲੇ 5-7 ਸਾਲ ਦੇ ਵਿੱਚ ਕਣਕ ਦੇ ਵਿੱਚ ਪੈਸੇ ਕਮਾਉਣ ਨੂੰ ਜੀ ਪੰਜਾਬ ਦੇ ਕਿਸਾਨ ਨੂੰ ਮੌਕਾ ਹੈ। ਉਹਦੇ ਲਈ ਬਹੁਤ ਜ਼ਰੂਰੀ ਜਿਹੜੀ ਇੱਕ ਗੱਲ, ਜਿਹੜੀਆਂ ਬਾਕੀ ਦਾ ਟੈਕਸ ਦੀ ਤੇ ਟਰਾਂਸਪੋਰਟੇਸ਼ਨ ਦੀ ਗੱਲ ਤਾਂ ਆਪਾਂ ਪਹਿਲਾਂ ਕੀਤੀ ਹੈਗੀ ਜੀ, ਇੱਕ ਜਿਹੜੀ ਬਹੁਤ ਵੱਡੀ ਗੱਲ ਉਹ ਇਹ ਹੈਗੀ ਬਾਠ ਸਾਹਿਬ ਵੀ ਜਿਹੜਾ ਜ਼ਿਮੀਂਦਾਰ ਨੂੰ ਹੁਣੇ ਤੋਂ ਹੀ ਅਗਲੇ ਸਾਲ ਜਿਹੜੀ ਕਣਕ ਬੀਜਣੀ ਆ ਉਹਦੇ ਬੀਜ ਦਾ ਬਹੁਤ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜੇ ਬੀਜ ਚੰਗਾ ਨਾ ਹੋਇਆ ਤੇ ਹਰੀ ਨਾ ਹੋਈ, ਅੱਧੀ ਬੈਟਲ ਤਾਂ ਅਸੀਂ ਉੱਥੇ ਹੀ ਹੋ ਜਾਣਾ, ਕਿਉਂਕਿ ਉਹ ਉਸ ਤੇ ਹੁਣੇ ਧਿਆਨ ਰੱਖਣਾ ਚਾਹੀਦਾ, ਕਿਉਂਕਿ ਬਹੁਤ ਸਾਰਾ ਬੀਜ ਜਿਹੜਾ ਜ਼ਿਮੀਂਦਾਰ ਦਾ ਉਹ ਆਪਦਾ ਬੀਜ ਹੁੰਦਾ ਤਕਰੀਬਨ, ਜਾਂ ਜੇ ਐਗਰੀਕਲਚਰ ਯੂਨੀਵਰਸਿਟੀ ਨੇ ਜਾਂ ਐਗਰੀਕਲਚਰ ਡਿਪਾਰਟਮੈਂਟ ਨੇ ਅਰੇਂਜ ਕਰਨਾ, ਆਈ ਥਿੰਕ ਉਹਦੇ ਤੇ ਕੁਆਲਿਟੀ ਅਸ਼ੋਰ ਕਰਨ, ਜਰਮੀਨੇਸ਼ਨ ਅਸ਼ੋਰ ਕਰਨ। ਇਸ ਪਾਸੇ ਵਾਲਾ ਨਾ ਜਾਣ ਕੇ ਅਸੀਂ ਸਬਸਿਡੀ ਦੇਣੀ ਆ, ਉਹਦੇ ਤੇ ਜ਼ਿਆਦਾ ਇੰਪੋਰਟੈਂਟ ਹੈ ਵੀ ਕੁਆਲਿਟੀ ਦਾ ਸੀਡ ਹੋਵੇ। ਵੇਖੋ ਤੁਸੀਂ ਵੀ ਜਾਣਦੇ ਹੋ ਵੀ ਆਪਣੇ ਪਿੰਡਾਂ 'ਚ ਕਹਾਵਤ ਹੈ ਵੀ ਜਿਹੜਾ ਮੁਫਤ ਦਾ ਬੀਜ ਨਾ ਉਹ ਬੜਾ ਫਾਇਦਾ ਨਹੀਂ ਕਰਦਾ ਹੁੰਦਾ। ਜ਼ਿਮੀਂਦਾਰ ਆਪਦੇ ਪੈਸੇ ਖਰਚਦਾ ਵਧੀਆ, ਪਰ ਉਹਨੂੰ ਜੇ ਬੀਜ ਵਧੀਆ ਮਿਲ ਜੇ, ਸੋ ਉਹ ਸਰਕਾਰ ਨੂੰ ਉਸ ਤੇ ਧਿਆਨ ਦੇਣਾ ਚਾਹੀਦਾ। ਤੇ ਆਈ ਥਿੰਕ ਅਗਲੇ 4-5 ਸਾਲ 'ਚ ਮੈਨੂੰ ਲੱਗਦਾ ਵੀ ਕਣਕ ਦਾ ਚੰਗਾ ਸਕੋਪ ਹੈ। ਬਾਕੀ ਜਿਹੜੀਆਂ ਥੋੜ੍ਹਾ ਬਹੁਤ ਇਹ ਹੈ ਵੀ ਜਿਹੜਾ ਰਿਸਰਚ ਸਿਸਟਮ ਹੈ ਜਾਂ ਐਕਸਟੈਂਸ਼ਨ ਸਿਸਟਮ ਹੈ, ਉਹਨਾਂ ਨੂੰ ਵੀ ਦੇ ਸ਼ੁੱਡ ਬੀ ਔਨ ਟੌਪ ਆਫ ਥਿੰਗਸ ਬਈ ਕੀ ਹੋ ਰਿਹਾ। ਜੇ ਆਹੀ ਜਿਹੜੀ ਹੁਣ ਸ਼੍ਰਿਵਲਡ ਗ੍ਰੇਨ ਦੀ ਹਜੇ ਪ੍ਰੋਬਲਮ ਚੱਲ ਰਹੀ ਹੈਗੀ, ਉਹ ਜੇ ਇਹਨਾਂ ਨੂੰ ਮੇਰੇ ਖਿਆਲ ਨਾਲ ਮਾਰਚ ਦੇ ਅਖੀਰਲੇ ਹਫ਼ਤੇ ਵਿੱਚ ਉਹ ਲਾਲ ਝੰਡੀ ਖੜੀ ਕਰਨੀ ਚਾਹੀਦੀ ਸੀ ਪੰਜਾਬ ਸਰਕਾਰ ਵੱਲੋਂ, ਐਗਰੀਕਲਚਰ ਡਿਪਾਰਟਮੈਂਟ ਨੂੰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ। ਜਿਸ ਤਰ੍ਹਾਂ ਦਾ ਕਿ ਟੈਂਪਰੇਚਰ ਹੈ, ਕਣਕ ਦਾ ਝਾੜ ਹੀ ਨਹੀਂ ਘਟਣਾ, ਦਾਣੇ ਸਾਡੇ ਛੋਟੇ ਰਹਿ ਜਾਣੇ ਆ, ਤੇ ਇਸ ਲਈ ਰਿਲੈਕਸੇਸ਼ਨ ਦੀ ਲੋੜ ਹੋਏਗੀ, ਕਿਉਂਕਿ ਹੁਣ ਤਕਰੀਬਨ 20% ਤੱਕ ਉਹ ਦਾਣੇ ਛੋਟੇ ਰਹਿ ਗਏ ਹੈਗੇ, ਕਈਆਂ ਜ਼ਿਲ੍ਹਿਆਂ ਵਿੱਚ ਤਾਂ 30% ਹੈਗੇ ਜੀ। ਤੇ ਪਰ ਦੂਜੇ ਪਾਸੇ ਜਦ ਸਰਕਾਰ ਨੇ ਇੱਕ ਮਿੰਟ ਜੋ 2 ਜ਼ਿਲ੍ਹੇ ਹੈਗੇ ਜਿੱਥੇ FCI ਜ਼ਿਆਦਾ ਖਰੀਦ ਕਰਦੀ ਹੈਗੀ, ਉਹ ਸੀ ਬਠਿੰਡਾ ਤੇ ਮਾਨਸਾ। ਉਹ ਜਦੋਂ ਉਹਨਾਂ ਨੇ ਖਰੀਦ ਨਾ ਕੀਤੀ, ਪੰਜਾਬ ਸਰਕਾਰ ਦੀਆਂ ਜਿਹੜੀਆਂ 4 ਏਜੰਸੀਆਂ ਹੈਗੀਆਂ ਉਹਨਾਂ ਨੇ ਉੱਥੋਂ ਖਰੀਦ ਸ਼ੁਰੂ ਕਰਤੀ ਹੈਗੀ, ਤੇ ਆਈ ਥਿੰਕ ਉਹ ਠੀਕ ਚੱਲ ਰਹੀ ਹੈ। ਪਰ ਹੁਣ ਬਸ ਬਹੁਤ ਸਾਰੀ ਪਰਚੇਜ਼, ਤਕਰੀਬਨ 90% ਖਰੀਦ ਹੋ ਚੁੱਕੀ ਹੈਗੀ, ਪਰ ਜਿਹੜੀ ਹਜੇ ਮੰਡੀਆਂ 'ਚ ਜਿਹੜੀ ਸ਼ਿਫਟਿੰਗ ਹੋਣੀ ਹੈ ਨਾ, ਉਹ ਹਜੇ ਵੀ ਉੱਥੇ ਬਹੁਤ ਟਾਲਦੀ ਹੈਗੀ, ਬਹੁਤ ਸਲੋ ਹੈ, ਉਹ ਹਜੇ ਟਾਈਮ ਲੈ ਰਹੀ ਹੈ ਜੀ। ਮੈਂ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਸਾਡੀ ਗੱਲਬਾਤ ਡਾਕਟਰ ਪੌਲ ਸਿੰਘ ਸਿੱਧੂ ਹੋਰਾਂ ਦੇ ਨਾਲ ਇਸ ਵੇਲੇ ਹੋ ਰਹੀ ਹੈ। ਲੰਬਾ ਚੌੜਾ ਉਹਨਾਂ ਦਾ ਖੇਤੀਬਾੜੀ ਦੇ ਨਾਲ ਤਜਰਬਾ ਹੈ। 1978 ਦੇ ਵਿੱਚ PhD ਜਿਹੜੀ ਹੈ ਉਹ ਆਸਟ੍ਰੇਲੀਅਨ ਯੂਨੀਵਰਸਿਟੀ ਤੋਂ ਪਰਥ ਤੋਂ ਮੁਕੰਮਲ ਹੋਈ ਸੀ। ਉਹਦੇ ਤੋਂ ਬਾਅਦ 1978 ਤੋਂ ਲੈ ਕੇ 2001 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ। ਉਹਦੇ ਤੋਂ ਬਾਅਦ 10-12 ਸਾਲ ਵਰਲਡ ਬੈਂਕ ਦੇ ਨਾਲ ਇਸੇ ਫੀਲਡ ਦੇ ਵਿੱਚ ਇੱਕ ਐਕਸਪਰਟ ਦੇ ਤੌਰ ਤੇ ਸੇਵਾਵਾਂ। ਉਹਦੇ ਤੋਂ ਬਾਅਦ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀਆਂ ਉਹ ਸੇਵਾਵਾਂ ਦਿੱਤੀਆਂ। 2018 ਤੱਕ 40 ਸਾਲ ਦਾ ਲੰਬਾ ਕੰਮ ਕਰਨ ਦਾ ਤਜਰਬਾ ਹੈ। ਉਹਦੇ ਤੋਂ ਪਹਿਲਾਂ ਇਸੇ ਫੀਲਡ ਦੇ ਵਿੱਚ ਪੜ੍ਹਾਈ ਦਾ ਤਜਰਬਾ। ਹੁਣ ਤੱਕ ਦੀ ਗੱਲਬਾਤ ਦੇ ਵਿੱਚੋਂ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਟਰਾਂਸਪੋਰਟੇਸ਼ਨ ਦੇ ਕਰਕੇ, ਦੂਜਾ ਟੈਕਸਸ ਦੇ ਕਰਕੇ ਸ਼ਾਇਦ ਐਕਸਪੋਰਟ ਵਾਲੇ ਪਾਸਿਓਂ ਕਣਕ ਦਾ ਭਾਅ ਅੰਤਰਰਾਸ਼ਟਰੀ ਮੰਡੀ 'ਚ ਵਧਣ ਦੇ ਬਾਵਜੂਦ ਵੀ ਪੰਜਾਬ ਦਾ ਕਿਸਾਨ ਐਤਕੀ ਲਾਹਾ ਨਹੀਂ ਕੱਟ ਸਕਿਆ। ਦੂਸਰੀ ਗੱਲ ਕਿ ਜੇ ਕਿਤੇ ਪਾਕਿਸਤਾਨ, ਅਫਗਾਨਿਸਤਾਨ ਦੇ ਰਾਹੀਂ ਮਿਡਲ ਈਸਟ ਵਾਲਾ ਰਸਤਾ ਦਰਵਾਜ਼ਾ ਖੁੱਲ੍ਹ ਜਾਏ ਤਾਂ ਪੰਜਾਬ, ਹਰਿਆਣਾ ਅਤੇ ਆਸ-ਪਾਸ ਦੇ ਕਿਸਾਨਾਂ ਦੇ ਵਾਰੇ ਨਿਆਰੇ ਹੋ ਸਕਦੇ ਹੈ। ਤੀਸਰੀ ਗੱਲ ਕਿ ਅਜੇ ਵੀ 4-5 ਸਾਲ ਰੂਸ ਤੇ ਯੂਕਰੇਨ ਦੀ ਲੜਾਈ, ਕੁਦਰਤ ਕਰੇ, ਪ੍ਰਮਾਤਮਾ ਕਰੇ ਕਿ ਉਹ ਲੜਾਈ ਮੁੱਕ ਜਾਏ, ਉੱਥੋਂ ਦੇ ਲੋਕ ਜਿਹੜੇ ਨੇ ਉਹ ਤੰਦਰੁਸਤੀ ਦੇ ਨਾਲ, ਸ਼ਾਂਤੀ ਦੇ ਨਾਲ ਰਹਿਣ। ਪਰ ਜੋ ਹਾਲਾਤ ਨੇ, ਜੋ ਪ੍ਰੈਕਟੀਕਲੀ ਹਾਲਾਤ ਨੇ, ਉਹਦੇ ਮੁਤਾਬਕ ਅਜੇ 4-5 ਸਾਲ ਕਣਕ 'ਚੋਂ ਕਮਾਈ ਹੋ ਸਕਦੀ ਹੈ। ਪਰ ਉਹ ਕਮਾਈ ਕਰਨ ਦੇ ਲਈ ਹੁਣ ਤੋਂ ਹੀ ਪੰਜਾਬ ਸਰਕਾਰ ਨੂੰ ਤਿਆਰੀ ਜਿਹੜੀ ਹੈ ਉਹ ਕਰਨੀ ਪਏਗੀ। ਡਾਕਟਰ ਸਾਹਿਬ, ਮੈਂ ਇੱਕ ਸਵਾਲ ਹੋਰ ਜ਼ਰੂਰ ਪੁੱਛਣਾ ਹੈ ਤੁਹਾਨੂੰ। ਹਰ ਵਾਰ ਰੌਲਾ ਪੈ ਜਾਂਦਾ, ਕੇਂਦਰ ਸਰਕਾਰ ਦੇ ਨਾਲ ਸਾਡਾ ਡੰਡਾ ਖੜਕਦਾ ਪੰਜਾਬ 'ਚ, ਸਰਕਾਰ ਭਾਵੇਂ ਜਿਹਦੀ ਮਰਜ਼ੀ ਹੋਵੇ, ਕਦੇ ਉਹ ਪੈਸੇ ਦੇਣ ਤੋਂ ਆਨਾਕਾਨੀ ਕਰਦੇ ਆ, ਕੋਈ ਨਾ ਕੋਈ ਨੁਕਸ ਕੱਢਦੇ ਆ, ਇਹ ਫਿਰ ਮੁੜ ਕੇ ਜਾ ਕੇ ਉੱਥੇ ਆਪਣੇ ਕਾਗਜ਼ ਪੱਤਰ ਦਿੰਦੇ ਆ। ਕਦੇ ਉਹ ਕਹਿ ਦਿੰਦੇ ਹੁੰਦੇ ਜੀ ਤੁਸੀਂ ਪੈਸੇ ਨਹੀਂ ਢੰਗ ਨਾਲ ਖਰਚਦੇ, ਜਿੱਥੇ ਤੁਹਾਨੂੰ ਕਿਹਾ ਉੱਥੇ ਨਹੀਂ ਖਰਚਦੇ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ, 5 ਸਾਲ ਸਰਕਾਰ ਇਹਨਾਂ ਨੇ ਚਲਾਉਣੀ ਹੈ। ਕਿਹਨਾਂ ਚੀਜ਼ਾਂ ਦਾ ਹੁਣ ਤੋਂ ਧਿਆਨ ਰੱਖਣ ਕਿ ਆਉਣ ਵਾਲੇ ਸਮੇਂ 'ਚ ਬਾਕੀ ਫਸਲਾਂ ਵੀ ਮੰਡੀਕਰਨ ਹੋਣਾ ਹੈ, ਕੈਸ਼ ਕ੍ਰੈਡਿਟ ਲਿਮਿਟ ਦੀ ਗੱਲ, ਬਾਰਦਾਨੇ ਦੀ ਗੱਲ, ਚੁਕਾਈ ਦੀ ਗੱਲ, ਟਰਾਂਸਪੋਰਟੇਸ਼ਨ ਦੀ ਗੱਲ, ਕਿ ਸਾਰਾ ਕੁਝ ਦਰੁਸਤ ਰਹੇ। ਬਹੁਤੀ ਵਾਰ ਹੁੰਦਾ ਕਿ ਸਰਕਾਰਾਂ ਚੁੱਪ ਕਰਕੇ ਬਹਿ ਜਾਂਦੀਆਂ, ਅਗਲੀ ਫਸਲ ਪੱਕਦੀ ਹੈ ਤਾਂ ਚੇਤਾ ਫੇਰ ਆਉਂਦਾ ਹੈ। ਜੇ ਕੁਛ ਨੁਕਤੇ ਆਪਣੇ ਤਜਰਬੇ 'ਚੋਂ ਸਾਂਝੇ ਕਰ ਸਕੋ। ਉਹਦੇ 'ਚ ਬਾਠ ਸਾਹਿਬ, ਥੈਂਕ ਯੂ, ਤੁਸੀਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਰੇਜ਼ ਕੀਤਾ।
ਆਈ ਥਿੰਕ ਉਹਦੇ ਵਿੱਚ ਇੱਕ ਤਾਂ ਇਹ ਹੈਗਾ ਵੀ ਜਿਹੜਾ ਪੈਸਾ ਹੈ ਉਹ ਭਾਰਤ ਸਰਕਾਰ ਦਿੰਦੀ ਹੈਗੀ। ਹੁਣ ਇਸ ਸਾਲ ਤਕਰੀਬਨ ਥੋੜਾ ਜਿਹਾ ਕਣਕ ਦਾ ਜਿਹੜਾ ਖਰੀਦ ਦਾ ਸੀਜ਼ਨ ਹੈ ਇਹ ਪਿਛਲੇ ਸਾਲਾਂ ਨਾਲੋਂ ਵੱਖਰਾ ਹੈਗਾ, ਕਿਉਂਕਿ ਅੱਗੇ ਜਿਹੜੀ ਕਣਕ ਦੀ ਖਰੀਦ ਆ ਮਈ ਤਕਰੀਬਨ 10 ਮਈ ਤੱਕ ਚੱਲਦੀ ਰਹਿੰਦੀ ਸੀ। ਐਰਕੇਰ ਉਹ ਮੇਰਾ ਤਕਰੀਬਨ 30 ਅਪ੍ਰੈਲ ਤੱਕ ਹੀ ਖਤਮ ਹੋ ਜਾਣੀ ਹੈ ਮੰਡੀਆਂ 'ਚ। ਮੈਂ ਕੱਲ ਪਰਸੋਂ ਵੀ ਪਤਾ ਕੀਤਾ, ਬਾਹਲੀ ਕਣਕ ਐਵੇਂ 5-7% ਰਹਿ ਗਈ ਹੈਗੀ। ਸਭ ਤੋਂ ਪਹਿਲਾ ਕੰਮ ਤਾਂ ਇਹ ਹੈਗਾ ਵੀ ਜਿਹੜੀ ਅਸੀਂ ਆ ਜਿਹੜੀ 24,777 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਲਈ ਹੈਗੀ, ਅਸੀਂ ਇਹਨੂੰ ਕਲੋਜ਼ ਕਰੀਏ ਤਾਂ ਕਿ ਟਾਈਮ ਸਿਰ, ਜੇ ਉਹ ਲੇਟ ਹੁੰਦੀ ਉਹਦੀ ਕਲੋਜ਼ਰ ਅਸੀਂ ਸਾਰਾ ਅਕਾਊਂਟ ਨਹੀਂ ਦਿੰਦੇ, ਜਾਂ ਉਸ ਕਰਕੇ ਉਹਦਾ ਪੰਜਾਬ ਨੂੰ ਉਹਦਾ ਖਰਚਾ ਪੈਂਦਾ ਹੈਗਾ। ਸੋ ਸਾਡਾ ਪੰਜਾਬ ਦੇ ਸਿਰ ਪਹਿਲਾਂ ਹੀ ਬਹੁਤ ਕਰਜ਼ਾ ਹੈਗਾ, ਸਾਨੂੰ ਹੋਰ ਖਰਚਾ ਜਿਹੜਾ ਸਰਕਾਰ ਦਾ ਘਟਾਉਣਾ ਚਾਹੀਦਾ। ਇੱਕ ਤਾਂ ਉਹਨੂੰ ਕਲੋਜ਼ ਕਰਨਾ ਚਾਹੀਦਾ। ਨੰਬਰ 2 ਤੇ ਇਹ ਹੈਗਾ ਵੀ ਅੱਗੇ ਝੋਨੇ ਦੀ ਖਰੀਦ ਹੋਣੀ ਹੈਗੀ ਅਕਤੂਬਰ ਦੇ ਵਿੱਚ, ਉਹਦੇ ਲਈ ਸਾਨੂੰ ਹੁਣੇ ਤੋਂ ਤਿਆਰੀਆਂ ਕਰਨੀਆਂ ਚਾਹੀਦੀਆਂ। ਵੇਖੋ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਨੇ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਭਾਰਤ ਦਾ ਪੇਟ ਭਰਨ ਦੇ ਵਿੱਚ। ਪੰਜਾਬ ਦੇ ਕਿਸਾਨਾਂ ਨੇ, ਪੰਜਾਬ ਦਾ ਕਿਸਾਨ ਅੰਨਦਾਤਾ ਹੈ ਭਾਰਤ ਦਾ। ਤੁਹਾਨੂੰ ਪਤਾ ਹੋਣਾ 1967-68 ਦੇ ਵਿੱਚ ਸ਼ਿਪ ਟੂ ਮਾਊਥ ਜਿਹੜੀ ਐਗਜ਼ਿਸਟੈਂਸ ਸੀ ਇੰਡੀਆ ਦੀ, ਹੈਂਡ ਟੂ ਮਾਊਥ ਨਹੀਂ ਸੀ, ਸ਼ਿਪ ਟੂ ਮਾਊਥ ਸੀ, ਕਿਉਂਕਿ ਜਿਹੜਾ ਸ਼ਿਪ 'ਚ ਆਉਂਦਾ ਸੀ ਉਹ ਸਿੱਧਾ ਹੀ ਮੂੰਹ 'ਚ ਜਾਂਦਾ ਸੀ। ਤੇ ਪੰਜਾਬ ਨੇ ਮੁੜ ਕੇ ਗ੍ਰੀਨ ਰੈਵੋਲੂਸ਼ਨ ਲਿਆਂਦਾ, ਮੁੜ ਕੇ ਹੁਣ ਅੱਜ ਅਸੀਂ ਐਕਸਪੋਰਟ ਕਰ ਰਹੇ ਹਾਂ। ਆਪਾਂ ਦੇਖਿਆ ਵੀ ਝੋਨਾ ਤੇ ਪਿਛਲੇ ਸਾਲ 'ਚ ਰਿਕਾਰਡ ਐਕਸਪੋਰਟ ਹੋਈ ਹੈ ਕਣਕ ਦੀ ਤੇ ਚਾਵਲਾਂ ਦੀ। ਪਰ ਉਹਦੇ ਨਾਲ ਜਿਹੜੀ ਪ੍ਰੋਕਿਉਰਮੈਂਟ ਦਾ ਸਿਸਟਮ ਸਾਡੇ ਵਧੀਆ ਹੈਗਾ, ਜਿਵੇਂ ਹੁਣ ਕਿਸੇ ਵੀ ਪੰਜਾਬ ਦੇ ਪਿੰਡ ਦੇ ਵਿੱਚ ਕਿਸੇ ਨੂੰ 5 ਕਿਲੋਮੀਟਰ ਤੋਂ ਜ਼ਿਆਦਾ ਦੂਰ ਨਹੀਂ ਜਾਣਾ ਪੈਂਦਾ। ਤਕਰੀਬਨ 2200 ਹੈਗੀਆਂ ਸਾਡੀਆਂ ਵੱਡੀਆਂ ਮੰਡੀਆਂ ਜਾਂ ਪ੍ਰੋਕਿਉਰਮੈਂਟ ਸੈਂਟਰ, ਜਾਂ ਜਿਹੜੇ 450 ਟੈਂਪਰੇਰੀ ਵਾਰਡਸ ਹੈਗੇ। ਪਰ ਇਹਦੇ ਵਿੱਚ ਐਫੀਸ਼ੀਐਂਸੀ ਲਿਆਉਣ ਦੀ ਲੋੜ ਹੈ। ਸਾਡੇ ਜਿਹੜੇ ਖਰਚੇ ਹੈ ਨਾ, ਇੱਕ ਭਾਰਤ ਸਰਕਾਰ ਇਸ਼ੂ ਕਰਦੀ ਹੈ, ਇੱਕ ਤਾਂ ਮਿਨੀਮਮ ਸਪੋਰਟ ਪ੍ਰਾਈਸ, ਨਾਲ ਇੱਕ ਹੁੰਦਾ ਉਹਦੇ ਪ੍ਰੋਵੀਜ਼ਨਲ ਕਾਸਟ ਸ਼ੀਟ। ਜਿਹੜੀ ਪ੍ਰੋਵੀਜ਼ਨਲ ਕਾਸਟ ਸ਼ੀਟ ਹੈ ਨਾ, ਉਹ ਦੱਸਿਆ ਹੁੰਦਾ ਵੀ ਲੋਹਾਈ ਦਾ ਖਰਚਾ ਇੰਨਾ ਹੋਊ, ਤਲਾਈ ਦਾ ਇੰਨਾ ਹੋਊ, ਸਾਰਾ ਉਹ ਡਿਟੇਲ ਹੁੰਦੀ। ਸਾਡੇ ਜਿਹੜੇ ਪੰਜਾਬ ਦੇ ਖਰਚੇ ਉਸ ਤੋਂ ਬਹੁਤ ਜ਼ਿਆਦਾ ਹੈਗੇ ਜਿਹੜੇ ਉੱਥੇ ਦਿੱਤੇ। ਸੋ ਆਈ ਥਿੰਕ ਉਹਦੇ ਵਿੱਚ ਕੰਪੀਟੀਸ਼ਨ ਲਿਆਉਣਾ ਚਾਹੀਦਾ ਪੰਜਾਬ ਸਰਕਾਰ ਨੂੰ। ਜਿਸ ਤਰ੍ਹਾਂ ਕਿ ਦਿੱਲੀ ਸਰਕਾਰ ਜਦੋਂ ਬਣੀ ਸੀ ਕੇਜਰੀਵਾਲ ਸਾਹਿਬ ਦੀ, ਉਦੋਂ ਇਹਨਾਂ ਨੇ ਉੱਥੇ ਜਿਹੜੀ ਖਾਸ ਕਰ ਜਿਹੜੀ ਪਬਲਿਕ ਪ੍ਰੋਕਿਉਰਮੈਂਟ ਹੁੰਦੀ, ਚਾਹੇ ਇਹਨਾਂ ਨੇ ਸੜਕਾਂ ਦੇ ਠੇਕੇ ਦੇਣੇ ਸੀ, ਉਹਦੇ ਵਿੱਚ ਕੰਪੀਟੀਸ਼ਨ ਲਿਆ ਕੇ ਉਹਦੇ ਪ੍ਰਾਈਸਿਸ ਬਹੁਤ ਘੱਟ ਕਰ ਰਹੇ ਸੀ। ਆਈ ਥਿੰਕ ਉਹ ਜਿਹੜੇ ਕਾਰਟਲ ਬਣੇ ਆ ਨਾ, ਚਾਹੇ ਉਹ ਲੇਬਰ ਦੇ ਕਾਰਟਲਸ ਆ, ਮੈਂ ਕਹਿ ਰਿਹਾ ਕਈਆਂ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ, ਚਾਹੇ ਟਰਾਂਸਪੋਰਟੇਸ਼ਨ ਦੇ ਕਾਰਟਲਸ ਆ, ਚਾਹੇ ਹੋਰ ਕੋਈ ਕਾਰਟਲਸ ਆ, ਉਹ ਕਾਰਟਲਸ ਬ੍ਰੇਕ ਕਰਨੇ ਚਾਹੀਦੇ, ਕੰਪੀਟੀਸ਼ਨ ਕ੍ਰੀਏਟ ਕਰਨਾ ਚਾਹੀਦਾ ਹੈ। ਜੇ ਕੰਪੀਟੀਸ਼ਨ ਕ੍ਰੀਏਟ ਹੋਊ, ਪਰ ਉਹ ਕਿਸੇ ਨੂੰ ਫੇਵਰ ਨਹੀਂ ਕਰਨੀ ਚਾਹੀਦੀ, ਜਿਹਨੂੰ ਕਹਿੰਦੇ ਨਾ ਆਪਾਂ ਲੈਵਲ ਪਲੇਇੰਗ ਫੀਲਡ ਚਾਹੀਦਾ, ਵੀ ਜਿਹੜਾ ਵਧੀਆ ਸਰਵਿਸ ਦਿੰਦਾ, ਸਸਤੇ ਭਾਅ 'ਤੇ ਦਿੰਦਾ, ਉਹ ਕੁਆਲਿਟੀ ਦੀ ਸਰਵਿਸ ਦਿੰਦਾ, ਉਹਨੂੰ ਠੇਕਾ ਮਿਲੇ। ਆਈ ਥਿੰਕ ਉਹਦੇ ਲਈ ਇਹਨਾਂ ਨੂੰ ਹੁਣੇ ਹੀ ਤਿਆਰੀ ਕਰਨੀ ਚਾਹੀਦੀ ਹੈ। ਦੂਸਰਾ ਇਹ ਹੈਗਾ ਵੀ ਸਾਡੀ ਹਜੇ ਜਿਹੜੀ ਬਹੁਤ ਸਾਰੀ ਕਣਕ ਹੈ ਨਾ, ਖਾਸ ਕਰ ਉਹ ਓਪਨ 'ਚ ਬਾਹਰ ਸਟੋਰ ਪਈ, ਤੁਸੀਂ ਦੇਖਿਆ ਹੋਣਾ ਢੇਰ ਲੱਗੇ ਪਏ। ਮਈ ਦੇ ਵਿੱਚ ਅਸੀਂ ਕਣਕ ਪ੍ਰੋਕਿਉਰ ਕਰਦੇ ਹਾਂ, ਜੂਨ ਦੇ ਅਖੀਰ ਦੇ ਵਿੱਚ ਮੌਨਸੂਨ ਸ਼ੁਰੂ ਹੋ ਜਾਂਦੀ ਆ, ਉੱਪਰ ਉਹਨਾਂ 'ਤੇ ਪਲਾਸਟਿਕ ਦੀਆਂ ਸ਼ੀਟਾਂ ਪਈਆਂ ਹੁੰਦੀਆਂ, ਮੁੜ ਕੇ ਉਹ ਗਲਣੀ ਸੜਨੀ ਸ਼ੁਰੂ ਹੋਏ ਨੇ। ਉਹਦਾ ਬਹੁਤ ਨੁਕਸਾਨ ਹੁੰਦਾ। ਉਹ ਨੁਕਸਾਨ ਪੰਜਾਬ ਨੂੰ ਹੁੰਦਾ ਹੈ, ਹਿੰਦੁਸਤਾਨ ਨੂੰ ਹੁੰਦਾ ਹੈ, ਹਰ ਟੈਕਸ ਪੇਅਰ ਨੂੰ ਹੁੰਦਾ। ਉਸ ਚੀਜ਼ ਨੂੰ ਇੰਪਰੂਵ ਕਰਨਾ ਚਾਹੀਦਾ ਹੈ। ਐਂਡ ਐਕਚੁਅਲੀ ਹੋਇਆ ਕੀ ਹੈ ਵੀ ਪੰਜਾਬ ਦੇ ਕਿਸਾਨ ਨੇ ਪਿਛਲੇ 50 ਸਾਲਾਂ ਦੇ ਵਿੱਚ ਕਣਕ ਦੀ ਜਿਹੜੀ ਪੈਦਾਵਾਰ ਦੀ ਤਕਨੀਕੀ ਹੈ ਨਾ, ਉਹਨੂੰ ਬਿਲਕੁਲ ਰੈਵੋਲੂਸ਼ਨਾਈਜ਼ ਕਰਤਾ। ਜਦੋਂ ਨਵੀਆਂ ਮੈਕਸੀਕਨ ਵੈਰਾਈਟੀਆਂ ਆਈਆਂ ਨੇ 1966-67 'ਚ, 25 ਮਣ ਜੇ ਕਿੱਲੇ ਦਾ ਝਾੜ ਨਿਕਲਿਆ ਹੁੰਦਾ ਸੀ ਨਾ, ਮਤਲਬ 10 ਕੁਆਂਟਲ ਤੱਕ ਕਹਿੰਦੇ ਬਹੁਤ। ਹੁਣ ਦੇਖੋ ਸਾਡੀ ਐਵਰੇਜ ਇਸ ਸਾਲ ਥੋੜ੍ਹੀ ਜਿਹੀ ਘੱਟ ਗਈ, 20-21 ਕੁਆਂਟਲ ਤੱਕ ਗਈ। ਪਰ ਦੂਜੇ ਪਾਸੇ ਜਿਹੜਾ ਮੰਡੀ ਦਾ ਸਿਸਟਮ ਹੈ ਉਹ ਉਹੀ ਹੈ। ਜੇ ਐਕਸਚੇਂਜ ਜੇ ਉਹਦੇ 'ਚ ਕੋਈ ਬਦਲੀ ਹੋਈ ਹੈ, ਸਿਰਫ ਇੱਕ ਹੋਈ ਬਈ 1967-68 ਜਾਂ 70 'ਚ 1 ਕੁਆਂਟਲ ਦੀ ਬੋਰੀ ਹੁੰਦੀ ਜਿਹੜੀ ਭਰਦੇ ਸੀ, ਹੁਣ ਉਹ 50 ਕਿਲੋ ਦੀ ਹੈ। ਜਿਹੜੇ ਇਹਦੇ ਤੇ 8 ਸਟੈਪ ਹੈਗੇ। ਜਦੋਂ ਤੋਂ ਇੱਕ ਕਿਸਾਨ ਆਪਣੀ ਮੰਡੀ ਦੇ ਵਿੱਚ ਪਾਉਂਦਾ ਹੈ ਕਣਕ, ਤੇ ਉਸ ਤੋਂ ਬਾਅਦ ਮੰਡੀ 'ਚ ਜਾਂਦੀ ਹੈ, ਉੱਥੇ ਤੁਲਦੀ ਹੈ, ਸਫਾਈ ਹੁੰਦੀ ਹੈ, ਜਦੋਂ ਨੂੰ ਜਾ ਕੇ ਉਹ ਬੋਰੀਆਂ ਸਟੈਕ ਹੁੰਦੀਆਂ, ਉਹ ਤੱਕ 8 ਸਟੈਪ ਹੈ। ਉਹਨਾਂ 8 ਸਟੈਪਾਂ ਤੇ ਹੀ ਕਾਸਟ ਹੈ। ਕਈਆਂ ਤੇ ਥੋੜ੍ਹੀ ਘਣੀ ਹੇਰਾਫੇਰੀ ਵੀ ਹੁੰਦੀ ਹੈ। ਉਹਦੇ 'ਚ ਕੁਛ ਤੇ ਜ਼ਿਮੀਂਦਾਰ ਦਾ ਨੁਕਸਾਨ ਹੁੰਦਾ ਹੈ, ਕੁਛ ਤੇ FCI ਦਾ ਨੁਕਸਾਨ ਹੁੰਦਾ, ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ, ਜਿਹੜਾ ਕਿ ਇੱਕ ਟੈਕਸ ਪੇਅਰ ਦਾ ਨੁਕਸਾਨ ਹੈ। ਸੋ ਸਾਨੂੰ ਉਹ ਮਿਨੀਮਾਈਜ਼ ਕਰਨੇ ਚਾਹੀਦੇ। ਸਾਨੂੰ ਵਿਦ ਟਾਈਮ
ਜਾਣਾ ਚਾਹੀਦਾ ਬਲਕ ਹੈਂਡਲਿੰਗ ਵੱਲ, ਜਿਹੜੇ ਚੰਗੇ ਮਾਡਰਨ ਸਾਈਲੋਜ਼ ਹੈਗੇ ਉਸ ਵੱਲ, ਪਰ ਉਹ ਵੀ ਉਹਦੇ 'ਚ ਇਸ ਤਰ੍ਹਾਂ ਦਾ ਬਣਾਉਣੇ ਚਾਹੀਦੇ ਵੀ ਕੰਪੀਟੀਸ਼ਨ ਹੋਵੇ, ਤਾਂ ਕਿ ਇਹ ਨਾ ਹੋਵੇ ਇੱਕੋ ਹੀ ਕੰਪਨੀ ਉਹਨੂੰ ਡੋਮੀਨੇਟ ਕਰੇ ਤੇ ਉਹਦੇ ਨਾਲ ਸਾਡੀ ਬਹੁਤ ਜਿਹੜੀ ਹੈ ਨਾ ਐਫੀਸ਼ੀਐਂਸੀ ਇਹਦੇ ਵਿੱਚ ਆ ਜਾਊਗੀ। ਦੂਸਰਾ ਕਹੀਏ ਅਸੀਂ ਡਰ ਜਾਂਦੇ ਹੈਗੇ ਵੀ ਜੇ ਜ਼ਿਆਦਾ ਮੈਕਨਾਈਜੇਸ਼ਨ ਹੋਊਗੀ ਤਾਂ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਮੰਡੀਆਂ 'ਚ ਨੌਕਰੀਆਂ ਉਹ ਜਾਣਗੀਆਂ। ਆਈ ਥਿੰਕ ਇਹਨਾਂ ਗੱਲਾਂ ਤੋਂ ਇੰਨਾ ਡਰਨ ਦੀ ਲੋੜ ਨਹੀਂ। ਮੈਂ ਤੁਹਾਨੂੰ 2 ਐਗਜ਼ਾਮਪਲਾਂ ਦਿੰਦਾ ਇਸ ਦੀਆਂ, 2 ਉਦਾਹਰਨਾਂ WhatsApp। ਇੱਕ ਸੀ ਵੀ ਜਦੋਂ 4-5 ਸਾਲ ਹੋਏ ਪਹਿਲਾਂ ਸੈਂਟਰਲ ਗੌਰਮੈਂਟ ਕਹਿੰਦੀ ਵੀ ਜਿਹੜਾ ਕਣਕ ਤੇ ਝੋਨੇ ਦੀ ਖਰੀਦ ਹੁੰਦੀ ਉਹਦੇ ਪੈਸੇ ਜ਼ਿਮੀਂਦਾਰ ਦੇ ਖਾਤੇ 'ਚ ਸਿੱਧੇ ਜਾਣ। ਪੰਜਾਬ ਸਰਕਾਰ ਕਹਿੰਦੀ ਰਹੀ ਨਹੀਂ ਜੀ, ਉਹ ਆੜ੍ਹਤੀਏ ਦਾ ਤੇ ਦੂਸਰਾ ਜ਼ਿਮੀਂਦਾਰ ਦਾ ਮਾਸ ਤੇ ਨੌਹਾਂ ਦਾ ਰਿਸ਼ਤਾ ਉਹ ਖਰਾਬ ਹੋ ਜੂ। ਹੁਣ ਪਿਛਲੇ 2 ਸਾਲ ਤੋਂ ਚੱਲ ਰਿਹਾ, ਕੋਈ ਫਰਕ ਪਿਆ? ਬਿਲਕੁਲ ਉਸ ਤਰ੍ਹਾਂ ਦਾ ਟਰਸਟ ਚੱਲ ਰਿਹਾ। ਇੱਕੋ ਨੰਬਰ 2 ਤੇ ਜਦੋਂ ਕੋਈ ਨਵੀਂ ਚੀਜ਼ ਹੁੰਦੀ ਨਾ ਉਹਦੇ ਨਾਲ ਥੋੜ੍ਹੀ ਜਿਹੀ ਡਿਸਟਰਪਸ਼ਨ ਹੁੰਦੀ, ਉਹਦੇ ਨਾਲ ਕਈ ਨਵੀਆਂ ਚੀਜ਼ਾਂ ਆਉਂਦੀਆਂ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਮੈਂ BSc ਐਗਰੀਕਲਚਰ ਦੇ ਵਿੱਚ ਫਸਟ ਈਅਰ ਦੇ ਵਿੱਚ ਸੀ, 1968 ਦੇ ਵਿੱਚ ਮੇਰਾ ਇਮਤਿਹਾਨ ਹੋਣ ਵਾਲੇ ਸੀ ਤੇ ਕਣਕ ਦੀ ਫਸਲ ਪੱਕੀ ਉਦੋਂ। ਜੇ ਤੁਸੀਂ ਕਦੇ ਐਗਰੀਕਲਚਰ ਯੂਨੀਵਰਸਿਟੀ 'ਚ ਗਏ ਹੋ ਨਾ, ਉੱਥੇ ਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਲੈਂਡਮਾਰਕ ਬਿਲਡਿੰਗ ਹੈ, ਡਾਕਟਰ MS ਰੰਧਾਵਾ ਲਾਇਬ੍ਰੇਰੀ, ਰੰਧਾਵਾ ਸਾਹਿਬ ਦੇ ਪਿੱਛੇ ਆ, ਤੇ ਉਹਨਾਂ ਖੇਤਾਂ ਦੇ ਵਿੱਚ ਉਦੋਂ ਕਣਕ ਬੀਜੀ ਹੁੰਦੀ ਸੀ। ਤੇ ਪਹਿਲੀ ਵਾਰੀ ਉਦੋਂ ਜੌਨ ਡੀਅਰ ਦੀਆਂ ਮਸ਼ੀਨਾਂ ਅਸੀਂ ਦੇਖੀਆਂ, ਬਾਹਰੋਂ ਇੰਪੋਰਟ ਹੋਈਆਂ ਸੀ। ਤੇ ਅਸੀਂ ਤਾਂ ਫਸਟ ਈਅਰ ਦੇ, ਸਾਨੂੰ ਕੋਈ ਬੜਾ ਪਤਾ ਨਹੀਂ ਸੀ। ਅਸੀਂ ਸਿਰਫ ਉਸ ਲਈ ਗਏ ਉੱਥੇ ਵੀ ਸਾਨੂੰ ਉੱਥੇ ਕੋਕਾ ਕੋਲਾ ਮੁਫਤ ਪੀਣ ਲਈ ਮਿਲ ਜਾਣਾ ਸੀ ਜੀ ਉੱਥੇ, ਕਿਉਂਕਿ ਉਹਨਾਂ ਨੇ ਪਾਰਟੀ। ਪਰ ਜਦੋਂ ਉੱਥੇ ਲੈਕਚਰ ਸੁਣੇ, ਇੱਕ ਗੱਲ ਮੇਰੇ ਹਜੇ ਵੀ ਯਾਦ ਹੈ, ਉੱਥੇ ਸਾਰੇ ਕਹਿ ਰਹੇ ਸੀ ਵੀ ਜੇ ਮਸ਼ੀਨਾਂ ਆ ਗਈਆਂ ਤੇ ਜਿਹੜੀ ਲੇਬਰ ਹੈ ਕਿੱਧਰ ਜਾਊ, ਵਿਚਾਰੇ ਅਨਐਮਪਲੋਇਡ ਹੋ ਜਾਣਗੇ। ਦੂਸਰੇ ਪਾਸੇ ਦੇਖੋ, ਜਦੋਂ ਗ੍ਰੀਨ ਰੈਵੋਲੂਸ਼ਨ ਆਇਆ, ਇਨਫੈਕਟ ਇਕੱਲੇ ਜ਼ਿਮੀਂਦਾਰ ਦੀ ਆਮਦਨ ਨਹੀਂ ਵਧੀ ਗਈ, ਜਿਹੜੀ ਲੇਬਰ ਦੀ, ਜੇ ਤੁਸੀਂ ਦੇਖੋ ਨਾ ਜਿਹੜਾ 1970 ਤੇ 1980 ਦੇ ਦਹਾਕੇ ਸੀ, ਉਹਨਾਂ ਵਿੱਚ ਲੇਬਰ ਦੀ ਇਨਕਮ ਵੀ ਬਹੁਤ ਵਧੀ। ਤੀਜੇ ਪਾਸੇ ਜਿਹੜਾ ਕਹਿੰਦਾ ਸੀ ਰੂਰਲ ਨਾਨ ਫਾਰਮ ਸੈਕਟਰ, ਜਿਹੜੇ ਹੁਣ ਮਸ਼ੀਨਰੀ ਦੀ ਰਿਪੇਅਰ ਹੁੰਦੀ ਜਾਂ ਮਸ਼ੀਨਾਂ ਬਣਦੀਆਂ ਨਵੀਆਂ, ਉਹਨਾਂ ਦੇ ਵਿੱਚ ਲੋਕਾਂ ਨੂੰ ਇੰਪਲੋਇਮੈਂਟ ਬਹੁਤ ਮਿਲੀ। ਸੋ ਹੁਣ ਕਦੇ ਤੁਸੀਂ ਸੋਚਿਆ ਸੀ ਵੀ ਭਾਦਸੋਂ ਉਦੋਂ ਛੋਟਾ ਜਿਹਾ ਪਿੰਡ ਹੁੰਦਾ ਸੀ। ਹੁਣ ਮੈਂ ਇੰਡੀਆ 'ਚ ਬਹੁਤ ਟਰੈਵਲ ਕਰਦਾ ਰਿਹਾ, ਹੁਣ ਭਾਦਸੋਂ ਦੀਆਂ ਬਣੀਆਂ ਜਿਹੜੀਆਂ ਕੰਬਾਈਨਾਂ ਉਹ ਕੇਰਲਾ ਤੱਕ ਚੱਲਦੀਆਂ। ਸੋ ਆਈ ਥਿੰਕ ਸਾਨੂੰ ਜਿਹੜੀ ਜਿੱਥੇ ਸੁਧਾਰ ਹੁੰਦਾ ਹੈ, ਜਿੱਥੇ ਇੰਪਰੂਵਮੈਂਟ ਹੁੰਦੀ, ਐਫੀਸ਼ੀਐਂਸੀ ਵੱਧਦੀ ਹੈਗੀ, ਜਿਹੜੇ ਵੇਸਟੇਜ ਘਟਦੀ ਹੈਗੀ, ਸਾਨੂੰ ਉਹਦੇ ਵੱਲ ਜਾਣਾ ਚਾਹੀਦਾ ਹੈਗਾ। ਸਾਨੂੰ ਥੋੜਾ ਬੜਾ ਨੈਰੋਲੀ ਆਪਦੇ ਸਪੈਸੀਫਿਕ ਐਂਗਲ ਤੋਂ ਨਹੀਂ ਸੋਚਣਾ ਚਾਹੀਦਾ। ਦੂਸਰੇ ਪਾਸੇ ਸਰਕਾਰ ਲਈ ਇਹ ਹੁੰਦਾ, ਬਾਠ ਸਾਹਿਬ ਅਸੀਂ ਡਿਵੈਲਪਮੈਂਟ 'ਚ ਰਿਹਾ, ਮੈਂ ਵਰਲਡ ਬੈਂਕ 'ਚ ਮੁੜ ਕੇ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੇ ਇਨਵੈਸਟਮੈਂਟ ਸੈਂਟਰ ਦੀ ਕੰਮ ਕਰਦੇ ਰਹੇ ਹਾਂ। ਉਹਦੇ ਵਿੱਚ ਇਹ ਹੁੰਦਾ ਵੀ ਜਦੋਂ ਕੋਈ ਨਵੀਂ ਸਰਕਾਰ ਬਣਦੀ ਨਾ, ਉਹਦੇ ਕੋਲ ਪਹਿਲੇ 100 ਦਿਨ ਹੁੰਦੇ ਜਦੋਂ ਔਖੇ ਫੈਸਲੇ ਲੈਣੇ ਜੀ। ਸੋ ਆਈ ਥਿੰਕ ਇਹਨਾਂ ਦੇ ਜਿਹੜੇ ਅਗਲੇ 50 ਦਿਨ ਆ ਇਸ ਸਰਕਾਰ ਦੇ, ਉਹ ਬਹੁਤ ਇਹਨਾਂ ਲਈ ਅਹਿਮ ਰੱਖਦੇ ਆ। ਤੇ ਚੁਣੌਤੀਆਂ ਬਹੁਤ ਵੱਡੀਆਂ, ਜਿੰਨੇ ਸਮਾਜ ਦੇ ਵਰਗ ਹੈਗੇ, ਚਾਹੇ ਕਿਸਾਨ ਹੈ, ਚਾਹੇ ਸਟੂਡੈਂਟ ਹੈ, ਚਾਹੇ ਅਨਐਮਪਲੋਇਡ ਹੈ, ਚਾਹੇ ਇੰਪਲੋਈਜ਼ ਹੈ, ਚਾਹੇ ਵਪਾਰੀ ਹੈ, ਉਹਨਾਂ ਨੂੰ ਬਹੁਤ ਆਸਾਂ ਹੈਗੀਆਂ। ਤੇ ਦੂਸਰੇ ਪਾਸੇ ਵੀ ਸਰਕਾਰ ਦੀਆਂ ਜਿਹੜੀਆਂ ਇੰਟੈਂਸ਼ਨਸ ਉਹ ਬਹੁਤ ਚੰਗੀਆਂ ਹੈਗੀਆਂ। ਮਾਨ ਸਾਹਿਬ ਦਾ ਆਪਦਾ ਐਕਸਪੀਰੀਅੰਸ ਬਹੁਤ ਵਧੀਆ ਹੈਗਾ। ਦੂਜਾ, ਉਹ ਸਾਰੀਆਂ ਪ੍ਰੋਬਲਮਸ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ। ਹੀ ਫੀਲ ਦਾ ਪਲਸ ਆਫ ਦਾ ਪੀਪਲ, ਲੋਕਾਂ ਨਾਲ ਉਹਦਾ ਬਹੁਤ ਸਟਰੋਂਗ ਕਨੈਕਟ ਹੈ। ਤੀਜਾ ਐਡਵਾਂਟੇਜ ਜਿਹੜਾ ਇਸ ਪਾਰਟੀ ਨੂੰ ਹੈ ਵੀ ਦੇ ਹੈਵ ਨਾਟ ਕਮ ਵਿਦ ਬੈਗੇਜ। ਉਹਨਾਂ ਨੂੰ ਇਹ ਚਾਹੀਦਾ ਵੀ ਐਵੇਂ ਅਸੀਂ ਦੂਜੀਆਂ ਪਾਰਟੀਆਂ ਨੇ, ਮਤਲਬ ਇਹਨਾਂ ਨੂੰ ਲੋਕਾਂ ਨੇ ਧਰਮ, ਜਾਤ, ਮਜ਼ਹਬ ਤੋਂ ਉੱਪਰ ਉੱਠ ਕੇ ਵੋਟਾਂ ਪਾਈਆਂ ਤੇ ਇਕਨੋਮਿਕ ਸਟੇਟਸ ਇਹਨਾਂ ਨੂੰ ਹੁਣ ਇਸ ਤਰ੍ਹਾਂ ਚਾਹੀਦਾ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਅਸੀਂ ਕਿਸੇ ਦੀ ਫੇਵਰ ਨਹੀਂ ਕਰਨੀ। ਬੇਸਿਕਲੀ ਵੀ ਹੈਵ ਟੂ ਇੰਪਰੂਵ ਦਾ ਸਿਸਟਮ। ਜਦੋਂ ਸਿਸਟਮ ਇੰਪਰੂਵ ਹੁੰਦਾ ਨਾ, ਆਟੋਮੈਟਿਕਲੀ ਐਵਰੀਬੋਡੀ ਸਟੈਂਡਸ ਟੂ ਗੇਨ। ਇਟ ਲਿਫਟਸ ਆਲ ਦਾ ਬੋਟਸ, ਚਾਹੇ ਕੋਈ ਕਿਸਾਨ ਹੈ, ਚਾਹੇ ਮਜ਼ਦੂਰ ਹੈ। ਸੋ ਉਸ ਪਾਸੇ ਮੇਰਾ ਖਿਆਲ ਹੈ ਬਹੁਤ ਧਿਆਨ ਦੇਣ ਦੀ ਲੋੜ ਹੈ ਜੀ। ਡਾਕਟਰ ਸਾਹਿਬ, ਅੱਜ ਸਮੇਂ ਦੀ ਸਮਾਪਤੀ ਹੈ। ਸਵਾਲ ਬਹੁਤ ਸਾਰੇ ਸੀ, ਪਰ ਮੈਂ 2-4 ਇਸ਼ੂ ਜਿਹੜੇ ਆ ਤੁਹਾਡੇ ਮੂਹਰੇ ਛੱਡ ਕੇ ਜਾਣੇ ਆ ਤਾਂ ਜੋ ਅਗਲੀ ਵਾਰੀ ਦੇ ਲਈ ਆਪਾਂ ਗੱਲਬਾਤ ਕਰ ਸਕੀਏ। ਇੱਕ, ਜ਼ੀਰੋ ਬਜਟ ਖੇਤੀ ਜਾਂ ਕੁਦਰਤੀ ਖੇਤੀ ਜਾਂ ਦੇਸੀ ਖੇਤੀ, ਕੋਈ ਵੀ ਆਪਾਂ ਸ਼ਬਦ ਵਰਤ ਲਈਏ, ਕਿ ਖਾਦ ਤੇ ਕੀਟਨਾਸ਼ਕ ਦਵਾਈਆਂ ਤੋਂ ਬਿਨਾਂ ਖੇਤੀ, ਪੰਜਾਬ 'ਚ ਉਹਦਾ ਭਵਿੱਖ ਕੀ ਹੈ, ਝਾੜ ਦੇ ਉੱਤੇ ਅਸਰ ਕੀ ਪਏਗਾ। ਇੱਕ ਸ਼ਾਇਦ ਕਿਸੇ ਦਿਨ, ਕਿਉਂਕਿ ਤੁਸੀਂ ਪੜ੍ਹੇ ਹੋ, ਉੱਥੋਂ ਪੜ੍ਹਾਇਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਉਹਦਾ ਇਤਿਹਾਸ, ਅੱਜ ਉਹਦੇ ਹਾਲਾਤ ਕੀ ਨੇ, ਰਿਸਰਚ ਦੇ ਕੀ ਹਾਲਾਤ ਨੇ, ਕਿੱਦਾਂ ਲਾਭ ਲਿਆ ਜਾ ਸਕਦਾ, ਕਿ ਜ਼ਮੀਨੀ ਪੱਧਰ ਦੇ ਉੱਤੇ ਉਹ ਚੀਜ਼ਾਂ ਪ੍ਰਸੰਗਿਕ ਨੇ। ਇੱਕ ਦਿਨ ਆਪਾਂ ਉਹਦੇ 'ਤੇ ਚਰਚਾ ਕਰਨੀ ਹੈ।
ਤੇ ਇੱਕ ਦਿਨ ਆਪਾਂ ਚਰਚਾ ਜਿਹੜੀ ਹੈ ਉਹ ਜ਼ਰੂਰ ਇਸ ਮੁੱਦੇ ਦੇ ਉੱਤੇ ਕਰਾਂਗੇ ਕਿ ਪਹਿਲਾਂ ਕੀ ਕੁਛ ਹੁੰਦਾ ਸੀ, ਕਿਉਂਕਿ ਤੁਸੀਂ ਗ੍ਰੀਨ ਰੈਵੋਲੂਸ਼ਨ ਨੂੰ ਦੇਖਿਆ, ਕਿਉਂਕਿ ਤੁਸੀਂ ਜੇ ਗ੍ਰੈਜੂਏਸ਼ਨ ਕਰਦੇ ਸੀ ਉਦੋਂ, ਜਦੋਂ 1968 ਦੇ ਵਿੱਚ, ਤਾਂ ਉਦੋਂ ਹਰੀ ਕ੍ਰਾਂਤੀ ਅਜੇ ਆਈ ਹੋਈ ਸੀ। ਮੈਂ ਜ਼ਰੂਰ ਤੁਹਾਡੇ ਤੋਂ ਕਿਸੇ ਦਿਨ ਜਾਣਨਾ ਚਾਹੂੰਗਾ ਕਿ ਉਹਦੇ ਤੋਂ ਪਹਿਲੀ ਖੇਤੀ ਤੇ ਉਹਦੇ ਤੋਂ ਬਾਅਦ ਦੀ ਖੇਤੀ ਆਮ ਲੋਕਾਂ ਦਾ ਦਾਲਾਂ ਬੀਜਦੇ ਸੀ ਕਿ ਨਹੀਂ ਬੀਜਦੇ ਸੀ, ਕਿਹੜੀ ਚੀਜ਼ ਹੁੰਦੀ ਸੀ। ਆਪਾਂ ਟੋਟਿਆਂ 'ਚ ਵੰਡ ਕੇ 3-4 ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਤੁਸੀਂ ਆਖਿਰ ਦੇ ਵਿੱਚ 1 ਅੱਧੇ ਮਿੰਟ ਦੇ ਵਿੱਚ ਕੋਈ ਗੱਲ ਜਿਹੜੀ ਕਹਿਣੀ ਤਾਂ ਜ਼ਰੂਰ ਕਹਿ ਸਕਦੇ ਹੋ, ਪਲੀਜ਼। ਇੱਕ ਮੈਂ ਹੋਰ ਸਲਾਹ ਦੇਵਾਂ ਤੁਹਾਨੂੰ ਜੀ। ਇੱਕ ਪੰਜਾਬ ਸਰਕਾਰ ਨੇ ਹੁਣ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਐਕਟਮੈਂਟ ਕੀਤਾ, ਅਸੀਂ ਉਹਨੂੰ ਕਿਸ ਤਰ੍ਹਾਂ ਕ੍ਰੀਏਟਿਵਲੀ ਯੂਜ਼ ਕਰ ਸਕਦੇ ਹਾਂ ਪੰਜਾਬ ਦੀ ਖੇਤੀ ਦਾ ਸੁਧਾਰ ਕਰਨ ਲਈ। ਉਹ ਬਹੁਤ ਸੋਹਣੀ ਅਪਰਚੂਨਿਟੀ ਹੈ ਸਾਡੇ ਕੋਲ। ਆਈ ਥਿੰਕ ਇੱਕ ਆਪਾਂ ਉਹਨੂੰ ਵੀ ਕਰ ਲਈਏ। ਤੇ ਦੂਸਰਾ ਮੈਂ ਇਹੀ ਕਹੂੰ ਵੀ ਇਹ ਜਿਹੜਾ ਇਹ ਹੁਣ ਕਣਕ ਦੀ ਫਸਲ ਹੈ, ਪੰਜਾਬ ਦੇ ਕਿਸਾਨ ਲਈ ਇੱਕ ਤਰ੍ਹਾਂ ਦਾ ਔਖਾ ਮੌਕਾ ਹੈਗਾ, ਕਿਉਂਕਿ ਆਮਦਨ ਜਿੰਨੀ ਹੋਣੀ ਸੀ ਉਹ ਹੋਈ ਨਹੀਂ। ਦੂਸਰਾ ਆਮ ਤੌਰ ਤੇ ਵੀ ਤਕਰੀਬਨ ਸਾਡੀਆਂ ਦੋ ਜਿਹੜੀਆਂ ਵੱਡੀਆਂ ਫਸਲਾਂ ਕਣਕ ਤੇ ਝੋਨਾ, ਝੋਨੇ 'ਚੋਂ 2 ਪੈਸੇ ਜ਼ਿਆਦਾ ਬਚਦੇ ਆ, ਕਣਕ 'ਚੋਂ ਘੱਟ ਬਚਦੇ ਹੁੰਦੇ ਆ, ਪਰ ਇਸ ਸਾਲ ਉਦੋਂ ਵੀ ਘੱਟ ਗਏ। ਤੇ ਹੁਣ ਜਿਹੜੇ ਖਰਚੇ ਤਕਰੀਬਨ ਇਸ ਟਾਈਮ ਤੇ ਜ਼ਿਆਦਾ ਹੁੰਦੇ ਹੈਗੇ, ਕਿਉਂਕਿ ਇੱਕ ਤਾਂ ਝੋਨਾ ਬੀਜਣਾ ਹੁੰਦਾ ਤੇ ਦੂਸਰੀ ਜਿਹੜੀ ਜ਼ਮੀਨ ਠੇਕੇ ਠੂਕੇ ਤੇ ਲੈਣੀ ਹੁੰਦੀ, ਉਹਦੀ ਕਿਸ਼ਤ ਵੀ ਦੇਣੀ ਹੁੰਦੀ। ਤੇ ਤੀਸਰਾ ਇਹ ਹੈਗਾ ਵੀ ਝੋਨੇ ਦੇ ਨਾਲ ਇੱਕ ਤਾਂ ਲਵਾਈ ਜਿਹੜੀ ਹੈਗੀ ਉਹਦੀ ਕੋਸਟ ਬਹੁਤ ਜ਼ਿਆਦਾ ਹੈਗੀ। ਸੋ ਆਈ ਥਿੰਕ ਫਾਰਮਰ ਲਈ ਔਖਾ ਟਾਈਮ ਹੈਗਾ। ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਐਟਲੀਸਟ ਅਸੀਂ ਉਹਨਾਂ ਨੂੰ ਬੈਸਟ ਪ੍ਰੈਕਟਿਸ ਦੀ ਰਿਕਮੈਂਡੇਸ਼ਨ ਦਈਏ, ਜੋ ਜਿੱਥੇ ਕਿਤੇ ਉਹਨਾਂ ਦੀ ਸੇਵਾ ਕਰ ਸਕਦੇ ਹਾਂ ਉਹ ਕਰੀਏ। ਤੇ ਤੀਜਾ ਇਹ ਹੈਗਾ ਵੀ ਖਾਸ ਪਿਛਲੇ ਸਾਲ ਸਾਡੀ ਕਪਾਹ ਦੀ ਜਿਹੜੀ ਫਸਲ ਉਹ ਬੜੀ ਬੁਰੀ ਤਰ੍ਹਾਂ ਖਰਾਬ ਹੋ ਗਈ ਸੀ। ਮੈਂ ਪੰਜਾਬ ਸਰਕਾਰ ਨੂੰ ਸੁਝਾਅ ਵੀ ਦਿੱਤੇ ਹਨ ਵੀ ਜੇ ਉਹ 3-4 ਚੀਜ਼ਾਂ ਕਰ ਲੈਣ ਤਾਂ ਅਸੀਂ ਤਕਰੀਬਨ 5 ਲੱਖ ਹੈਕਟੇਅਰ ਏਰੀਆ ਨਾਲ ਕਪਾਹ ਥੱਲੇ ਲਿਆ ਸਕਦੇ ਹਾਂ। ਤੇ ਉੱਥੇ ਤਕਰੀਬਨ ਫਾਰਮਰ ਨੂੰ ਇਸ ਸਾਲ ਵੀ 2 ਪੈਸੇ ਚੰਗੇ ਬਣਦੀ ਹੈਗੀ ਸੰਭਾਵਨਾ, ਜੇ 2 ਚੰਗਾ ਬੀਜ ਦੇ ਦੇਣ, ਚੰਗੇ ਪੈਸਟੀਸਾਈਡ ਦੇ ਦੇਣ ਤੇ ਚੰਗੀ ਐਡਵਾਈਜ਼ਰੀ ਮਿਲ ਜੇ। ਤੇ ਬਾਠ ਸਾਹਿਬ ਬਹੁਤ ਬਹੁਤ ਧੰਨਵਾਦ। ਤੇ ਕਿਤੇ ਕੁਛ ਕਹਿੰਦੇ ਆ ਕਿਸੇ ਦੇ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੀ ਸ਼ਾਨ ਦੇ ਉਲਟ ਕੁਛ ਕਿਹਾ ਗਿਆ ਤੇ ਮੈਂ ਉਹਦੇ ਲਈ ਮਾਫੀ ਮੰਗਦਾ। ਤੇ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਮੈਨੂੰ ਅੱਜ ਤੁਹਾਡੇ ਪ੍ਰਾਈਮ ਏਸ਼ੀਆ ਦੇ ਥਰੂ ਦੁਨੀਆ ਦੇ ਪੰਜਾਬੀਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਚੜ੍ਹਦੀ ਕਲਾ ਚ ਰਹੋ ਜੀ। ਅਸੀਂ ਤੁਹਾਡੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਬੜੀ ਛੇਤੀ ਅਗਲੇ ਪ੍ਰੋਗਰਾਮ ਦੇ ਨਾਲ ਜੁੜਾਂਗੇ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਸੋ ਡਾਕਟਰ ਪਾਲ ਸਿੰਘ ਸਿੱਧੂ ਸਾਹਿਬ ਸਾਡੇ ਨਾਲ ਜੁੜੇ ਸੀ। ਇਸ ਵੇਲੇ ਕੈਂਸਰ ਦੇ ਨਾਲ 2 ਹੱਥ ਕਰ ਰਹੇ ਨੇ। ਜਜ਼ਬਾ ਪੰਜਾਬੀਆਂ ਵਾਲਾ ਉਹਨਾਂ ਦੇ ਵਿੱਚ ਖੂਬ ਹੈ। ਦੱਸਦੇ ਸੀ ਕਿ 90 ਤੋਂ ਵੱਧ ਵਾਰੀ ਉਹ ਕੀਮੋ ਦੇ ਦੌਰ ਦੇ ਵਿੱਚੋਂ ਜਿਹੜੇ ਉਹ ਗੁਜ਼ਰ ਚੁੱਕੇ ਨੇ। 72 ਸਾਲ ਦੀ ਉਮਰ ਹੈ। PhD JRF ਸਿਖਰਲਾ ਰੈਂਕ ਜਿਹੜਾ ਉਹ ਭਾਰਤ ਦਾ ਹਾਸਲ ਕੀਤਾ ਸੀ। ਉਹਦੇ ਤੋਂ ਬਾਅਦ ਆਸਟ੍ਰੇਲੀਆ ਦੀ ਯੂਨੀਵਰਸਿਟੀ ਜਿਹੜੀ ਪਰਥ ਵਾਲੀ ਹੈ ਉਹਦੇ ਵਿੱਚੋਂ PhD, ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਯੂਨਾਈਟਿਡ ਨੇਸ਼ਨ, ਵਰਲਡ ਬੈਂਕ, 100 ਤੋਂ ਵੱਧ ਰਿਸਰਚ ਪੇਪਰ ਵੱਖ-ਵੱਖ ਦੇਸ਼ਾਂ ਦੇ ਵਿੱਚ ਇਸੇ ਫੀਲਡ ਦੇ ਨਾਲ ਸੰਬੰਧਿਤ ਪ੍ਰੋਜੈਕਟਸ ਦੇ ਉਹ ਹਿੱਸਾ ਬਣੇ। ਸੋ ਇੱਕ ਲੰਬਾ ਚੌੜਾ ਉਹਦੇ ਕੋਲ ਤਜਰਬਾ ਹੈ। ਤੁਹਾਨੂੰ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਤੁਸੀਂ ਆਪਣੀਆਂ ਟਿੱਪਣੀਆਂ ਜ਼ਰੂਰ ਕਰਿਓ। ਤੁਹਾਨੂੰ ਕੋਈ ਲੱਗਦਾ ਹੋਵੇ ਕਿ ਕੋਈ ਵਿਸ਼ਾ ਅਸੀਂ ਉਹਨਾਂ ਦੇ ਨਾਲ ਵਿਚਾਰੀਏ, ਤੁਸੀਂ ਉਹਦੇ ਬਾਬਤ ਵੀ ਸੁਝਾਅ ਦੇ ਦੇਣੇ। ਉਮੀਦ ਕਰਦੇ ਹਾਂ ਕਿ ਪੰਜਾਬ ਦੇ ਕਿਸਾਨ ਦੀ ਹਾਲਤ ਸੁਧਰੇ, ਉਹਦੇ ਨਾਲ ਹੀ ਮਜ਼ਦੂਰ ਦੀ ਹਾਲਤ ਸੁਧਰੇ, ਸਾਡੇ ਪੰਜਾਬ ਦੀ ਹਾਲਤ ਸੁਧਰੇ। ਤੇ ਜੇ ਸਾਰਿਆਂ ਦੀ ਹਾਲਤ ਸੁਧਾਰਨ ਦੇ ਵਿੱਚ ਅਸੀਂ ਨਿੱਕੇ ਪੈਸੇ ਜਿੰਨਾ ਵੀ ਯੋਗਦਾਨ ਪਾ ਸਕੀਏ ਤਾਂ ਫਿਰ ਥੋੜ੍ਹਾ ਜਿਹਾ ਚੰਗਾ ਮਹਿਸੂਸ ਹੋਏਗਾ। ਸੋ ਇੱਥੇ ਦਿਓ ਪਰਮਵੀਰ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।